ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਬ੍ਰਹਮ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਸਾਡੇ ਤੇ ਬਖਸ਼ਿਸ਼ ਕਰਕੇ ਜੋ ਇਲਾਹੀ ਫਰਮਾਨ ਬਖਸ਼ਿਸ਼ ਕੀਤਾ ਹੈ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਮ੍ਰਿਤ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਧਨਾਸਰੀ ਰਾਗ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 667 ਉੱਤੇ ਸੁਭਾਏਮਾਨ ਹੈ। ਹਜ਼ੂਰ ਨੇ ਅੱਜ ਦੇ ਸ਼ਬਦ ਦੇ ਅੰਦਰ ਸਾਨੂੰ ਸਾਰਿਆਂ ਨੂੰ ਮਿੱਤਰ ਕਹਿ ਕੇ, ਗੁਰਸਿੱਖ ਕਹਿ ਕੇ ਸੰਬੋਧਨ ਕਰਦਿਆਂ ਹੋਇਆਂ ਇਹ ਫਰਮਾਨ ਕੀਤਾ ਹੈ ਕਿ ਹੇ ਗੁਰੂ ਦੀ ਸਿੱਖਿਆ ਲੈਣ ਵਾਲੇ ਗੁਰਸਿੱਖੋ, ਮਿੱਤਰੋ, ਗੁਰੂ ਦੀ ਚਾਲ ਚੱਲੋ। ਜੋ ਗੁਰੂ ਸਾਹਿਬ ਜੀ ਨੇ ਤੁਹਾਨੂੰ ਬਾਣੀ ਦੇ ਅੰਦਰ ਬਖਸ਼ਿਸ਼ ਕੀਤੀ ਹੈ, ਫਰਮਾਨ ਕੀਤਾ ਹੈ, ਸੇਧ ਬਖਸ਼ਿਸ਼ ਕੀਤੀ ਹੈ, ਇਹਨੂੰ ਆਪਣੇ ਲਈ ਸਭ ਤੋਂ ਜ਼ਿਆਦਾ ਭਲਾ ਮੰਨ ਕੇ ਕਬੂਲ ਕਰਕੇ ਚਲੋ ਵੀ ਇਸ ਤੋਂ ਭਲਾਈ ਵਾਲੀ ਹੋਰ ਕੋਈ ਗੱਲ ਨਹੀਂ ਹੋ ਸਕਦੀ। ਜਿੰਨਾ ਗੁਰੂ ਦਰਦੀ ਹੈ ਉਹਨਾਂ ਕੋਈ ਹੋਰ ਦਰਦੀ ਨਹੀਂ ਸਾਡਾ ਹੋ ਸਕਦਾ। ਇਸ ਕਰਕੇ ਹਜ਼ੂਰ ਨੇ ਜ਼ਿਕਰ ਕੀਤਾ ਵੀ ਇਹਦੇ ਰਾਹ ਤੇ ਤੁਰ ਕੇ ਵੇਖੋ, ਹਰ ਹਰ ਕਥਾ ਨਿਰਾਲੀ, ਰੱਬ ਦੀ ਕਥਾ ਬਹੁਤ ਅਨੋਖੀ ਹੈ ਤੇ ਸਾਡੀ ਜ਼ਿੰਦਗੀ ਦੇ ਵਿੱਚ ਵੀ ਉਹ ਨਿਰਾਲਾਪਨ ਆ ਜਾਏਗਾ। ਸਾਡੀ ਜ਼ਿੰਦਗੀ ਦੇ ਅੰਦਰ ਵੀ ਇੱਕ ਹੈਰਾਨ ਕਰ ਦੇਣ ਵਾਲੀ ਤਬਦੀਲੀ ਆ ਜਾਏਗੀ। ਅੱਜ ਦੇ ਸ਼ਬਦ ਦੇ ਅੰਦਰ ਹਜ਼ੂਰ ਨੇ ਰਹਾਉ ਦੀਆਂ ਤੁਕਾਂ ਦੇ ਵਿੱਚ ਇਹ ਸੰਬੋਧਨ ਕੀਤਾ ਹੈ। ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਜੀਵਿਆ ਹੈ, ਫਿਰ ਬਾਣੀ ਆਪ ਆਪਣੇ ਹੱਥਾਂ ਦੇ ਨਾਲ ਲਿਖਤੀ ਰੂਪ ਵੀ ਦਿੱਤਾ ਹੈ, ਉਹ ਜ਼ਿਕਰ ਕਰਦੇ ਨੇ ਵੀ ਕਿਉਂ ਲਗਾਤਾਰ ਗੁਰੂ ਦੀ ਚਾਲ ਸਮਝ ਕੇ ਚੱਲਣਾ ਜ਼ਰੂਰੀ ਹੈ। ਉਹਨਾਂ ਨੇ ਐਗਜ਼ਾਮਪਲਸ ਦੇ ਕੇ ਸਮਝਾਇਆ ਹੈ। ਕਹਿੰਦੇ ਨੇ ਜੈਸੇ ਪੇਖਤ ਪੇਖਤ ਜੈਸੇ ਰਤਨ ਪਾਰਖ ਹੋਤ, ਸੁਨਤ ਸੁਨਤ ਜੈਸੇ ਪੰਡਤ ਪ੍ਰਬੀਨ ਹੈ। ਜਿਵੇਂ ਲਗਾਤਾਰ ਹੀਰੇ ਨੂੰ, ਸੋਨੇ ਨੂੰ ਵੇਖਦਿਆਂ ਵੇਖਦਿਆਂ ਬੰਦਾ ਉਹਦਾ ਪਾਰਖੂ ਬਣ ਜਾਂਦਾ ਹੈ। ਆਮ ਹਾਲਤਾਂ ਦੇ ਵਿੱਚ ਬੰਦੇ ਦੇ ਲਈ ਉਹ ਪੱਥਰ ਦੇ ਟਾਈਪ ਹੀ ਹੁੰਦਾ ਹੈ। ਅਸਲ ਦੇ ਵਿੱਚ ਭਾਵੇਂ ਬੰਦੇ ਨੂੰ ਅਟਰੈਕਟ ਕਰੇ, ਪਰ ਉਹਦੀ ਕੋਈ ਬਹੁਤੀ ਕੀਮਤ ਉਹਦੀਆਂ ਨਜ਼ਰਾਂ ਦੇ ਵਿੱਚ ਨਹੀਂ ਹੁੰਦੀ ਜੇ ਉਹਦੀ ਹੀਰੇ ਦੀ ਪਰਖ ਨਾ ਹੋਵੇ। ਸੇਮ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਮਨੁੱਖਾ ਜ਼ਿੰਦਗੀ ਨੂੰ ਵੇਖਿਆ ਵੀ ਬੰਦਾ ਆਪਣੀਆਂ ਵਾਸ਼ਨਾਵਾਂ ਦੇ ਵਿੱਚ ਗਵਾ ਰਿਹਾ ਹੈ। ਬੰਦੇ ਦੀ ਜ਼ਿੰਦਗੀ ਦੇ ਮਕਸਦ ਬੜੇ ਛੋਟੇ ਨੇ ਤੇ ਬੰਦਾ ਅਸਲ ਦੇ ਵਿੱਚ ਛੋਟੀਆਂ ਛੋਟੀਆਂ ਮਾਇਆ ਦੀਆਂ ਬਿਰਤੀਆਂ ਦੇ ਵਿੱਚ ਉਲਝਿਆ ਹੋਇਆ ਆਪਣੀ ਜ਼ਿੰਦਗੀ ਦਾ ਬੜਾ ਵੱਡਾ ਪੋਟੈਂਸ਼ੀਅਲ ਉਹ ਅਜਾਈਂ ਗਵਾ ਰਿਹਾ ਹੈ। ਤੇ ਹਜ਼ੂਰ ਨੇ ਜ਼ਿਕਰ ਕੀਤਾ, ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਇਉਂ ਕੌਡੀ ਬਦਲੇ ਜਾਏ। ਇਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਦੁਨੀਆ ਨੂੰ ਕਿ ਇਹ ਬੜਾ ਕੀਮਤੀ ਹੀਰਾ ਹੈ ਬੰਦਾ, ਪਰ ਕੌਡੀਆਂ ਦੇ ਭਾਅ ਇਹ ਵਿਕ ਰਿਹਾ ਹੈ। ਇਹ ਵਿਕਾਰਾਂ ਵੱਲੋਂ, ਆਪਣੀਆਂ ਅੰਦਰ ਦੀਆਂ ਵਾਸ਼ਨਾ ਵੱਲੋਂ ਵਿਕਿਆ ਹੋਇਆ ਹੈ। ਫਿਰ ਜਿਹੜਾ ਵਿਕਾਰਾਂ ਦਾ ਗੁਲਾਮ ਹੁੰਦਾ ਹੈ ਉਹ ਬਾਹਰੋਂ ਫਿਰ ਸਰਕਾਰਾਂ ਦਾ ਵੀ ਗੁਲਾਮ ਹੁੰਦਾ ਹੈ। ਬੰਦਾ ਬੰਦੇ ਦਾ ਵੀ ਗੁਲਾਮ ਹੋਇਆ ਹੈ। ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਹੀਰਾ ਕਿਹਾ ਮਨੁੱਖਾ ਜੀਵਨ ਨੂੰ, ਦੂਸਰੇ ਹੀਰਾ ਜਿਹਦੀ ਪਰਖ ਅਸੀਂ ਕਰਨੀ ਹੈ ਉਹ ਹੈ ਕੀਰਤਨ ਨਿਰਮੌਲਕ ਹੀਰਾ, ਆਨੰਦ ਗੁਣੀ ਗਹੀਰਾ।
ਜਦੋਂ ਹਜ਼ੂਰ ਕਹਿੰਦੇ ਨੇ ਗੁਰ ਕਾ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਅਸਲ ਦੇ ਵਿੱਚ ਗੁਰੂ ਦਾ ਸ਼ਬਦ ਕੀਮਤੀ ਹੀਰਾ ਹੈ ਤੇ ਇਹਦੀ ਵੀ ਮਹਾਨਤਾ ਬੰਦੇ ਨੂੰ ਉਹਦੀ ਇੰਪੋਰਟੈਂਸ ਸਿਗਨੀਫੀਕੈਂਸ ਦਾ ਅਹਿਸਾਸ ਨਹੀਂ ਹੁੰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਰਤਨ ਮਣੀ ਗੱਲ ਬਾਂਦਰੈ, ਕਹੋ ਕੀਮ ਨਾ ਜਾਣਾ। ਬੜੀ ਕੀਮਤੀ ਰਤਨਾਂ ਦੀ ਮਣੀ ਹੋਵੇ, ਬੰਦਾ ਜੀਵਨ ਦੇ ਵਿੱਚ ਇਕਨੋਮਿਕਲੀ ਆਪਣੀ ਕਾਇਆ ਕਲਪ ਕਰ ਸਕਦਾ ਹੋਵੇ, ਬੜਾ ਵੱਡਾ ਬਿਜ਼ਨਸ ਖੜਾ ਕਰ ਸਕਦਾ ਹੋਵੇ, ਉਹਦੇ ਨਾਲ ਸੈਂਕੜੇ ਬੰਦਿਆਂ ਦਾ ਭਲਾ ਹੋ ਸਕਦਾ ਹੋਵੇ। ਪਰ ਭਾਈ ਸਾਹਿਬ ਜੀ ਕਹਿੰਦੇ ਨੇ ਬਾਂਦਰ ਦੇ ਲਈ ਇੱਕ ਪੱਥਰ ਹੀ ਹੁੰਦਾ ਤੇ ਉਹਦੀ ਕੋਈ ਵੀ ਵੈਲਿਊ ਨਹੀਂ ਸਮਝਦਾ। ਤੇ ਕੜਛੀ ਸੁਆਓ ਨਾ ਸੰਭਲੈ, ਭੋਜਨ ਰਸ ਖਾਣਾ। ਕੜਛੀ ਭਾਵੇਂ ਜਿੰਨੇ ਮਰਜ਼ੀ ਪਕਵਾਨਾਂ ਦੇ ਵਿੱਚ ਉਹਨੂੰ ਘੁਮਾ ਦਿੱਤਾ ਜਾਏ, ਪਰ ਉਹਦਾ ਟੇਸਟ ਨਹੀਂ ਮਾਣਦੀ। ਇਸੇ ਤਰ੍ਹਾਂ ਡੱਡੂ ਚਿੱਕੜ ਵਾਸ ਹੈ, ਕਮਲੈ ਨਾ ਸੰਜਾਣੈ। ਡੱਡੂ ਕਮਲ ਦੇ ਫੁੱਲ ਕੋਲ ਰਹਿ ਕੇ ਚਿੱਕੜ ਦੇ ਵਿੱਚ ਸਾਰੀ ਜ਼ਿੰਦਗੀ ਬਤੀਤ ਕਰ ਦਿੰਦਾ ਹੈ, ਪਰ ਕਮਲ ਦੇ ਫੁੱਲ ਦੀ ਮਹਾਨਤਾ ਦਾ ਅਹਿਸਾਸ ਉਹਦੇ ਅੰਦਰ ਪੈਦਾ ਨਹੀਂ ਹੁੰਦਾ। ਕੋਈ ਦੂਰੋਂ ਭੌਰਾ ਹੁੰਦਾ, ਗੁੰਜ਼ਾਰਾ ਪਾਉਂਦਾ ਹੈ, ਉਹਦੀ ਮਹਿਕ ਤੇ ਰਸ ਨੂੰ ਮਾਣਦਾ ਹੈ, ਪਰ ਕੋਲ ਬੈਠਾ ਹੋਇਆ ਡੱਡੂ ਬਿਲਕੁਲ ਉਹਦੀ ਮਹਾਨਤਾ ਨਹੀਂ ਸਮਝਦਾ। ਮੈਨੂੰ ਮਾਫ ਕਰਨਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੰਨੀ ਮਹਾਨਤਾ ਹੈ ਨਾ ਬਾਣੀ ਦੀ, ਉਹਦਾ ਸਾਨੂੰ ਸਿੱਖ ਸਮਾਜ ਨੂੰ ਬੜਾ ਘੱਟ ਅਹਿਸਾਸ ਹੈ। ਜਿੰਨੀ ਮਹਾਨਤਾ ਹੈ ਅਸੀਂ ਅਸਲ ਦੇ ਵਿੱਚ ਉਹਦੀ ਕੀਮਤ ਦਾ ਅਹਿਸਾਸ ਨਹੀਂ ਕਰ ਪਾ ਰਹੇ। ਉਹਦਾ ਇੱਕ ਕਾਰਨ ਹੈ ਜੋ ਭਾਈ ਗੁਰਦਾਸ ਜੀ ਕਹਿੰਦੇ ਨੇ, ਇੱਕ ਦਿਨ ਦੇ ਵਿੱਚ ਹੀਰੇ ਦੀ ਕੀਮਤ ਦਾ ਪਤਾ ਨਹੀਂ ਲੱਗਦਾ। ਇਸੇ ਤਰ੍ਹਾਂ ਅਸੀਂ ਆ ਕੇ ਮੱਥਾ ਟੇਕ ਕੇ ਚਲੇ ਜਾਈਏ, ਸਾਰੀ ਜ਼ਿੰਦਗੀ ਬਾਣੀ ਨਾ ਪੜ੍ਹੀਏ ਤੇ ਸਤਿਗੁਰੂ ਜੀ ਦਾ, ਭਾਈ ਗੁਰਦਾਸ ਜੀ ਦਾ ਵੀ ਇੱਕ ਬਚਨ ਹੈ, ਉਹ ਕਹਿੰਦੇ ਨੇ ਗੱਲੀ ਹਉ ਸੁਹਾਗਣ ਭੈਣੇ, ਕੰਤ ਨਾ ਕਬ ਹੂੰ ਮੈਂ ਮਿਲਿਆ। ਆਪਾਂ ਅਰਦਾਸ ਦੇ ਵਿੱਚ ਵੀ ਰੋਜ਼ ਕਹਿੰਦੇ ਆ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਵੀ ਜ਼ਿਕਰ ਕੀਤਾ ਹੈ, ਜਿਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਰਾਮ, ਤੇ ਨਿਫਲ ਜਨਮ ਸਭ ਬਿਰਥਾ ਗਵਾਇਆ ਰਾਮ, ਤੇ ਨਿਫਲ ਜਨਮ ਸਭ ਬਿਰਥਾ ਗਵਾਇਆ। ਤੇ ਸਾਕਤ ਮੂਏ ਮਨ ਝੂਰੇ, ਘਰ ਹੁੰਦਾ ਰਤਨ ਪਦਾਰਥ ਭੂਖੇ, ਭਾਗਹੀਨ ਹਰ ਦੂਰੇ। ਹਜ਼ੂਰ ਕਹਿੰਦੇ ਨੇ ਘਰ ਦੇ ਵਿੱਚ ਜਿਹਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਨਹੀਂ ਕੀਤਾ, ਕਿਉਂਕਿ ਹੁਣ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਉਹ ਬੰਦਾ ਕਿੰਨਾ ਅਭਾਗਾ ਹੋਏਗਾ ਗੁਰਸਿੱਖ ਘਰ ਦੇ ਵਿੱਚ ਜਨਮ ਮਿਲਿਆ ਹੋਵੇ, ਬਾਕੀ ਸਾਰੀਆਂ ਧਨ ਦੌਲਤ ਦੀਆਂ ਪ੍ਰਾਪਤੀਆਂ ਕਰਦਾ ਫਿਰੇ, ਹੋਰ ਸਾਰੀਆਂ ਪ੍ਰਾਪਤੀਆਂ ਨੂੰ ਹੋ ਜਾਣ, ਪਰ ਉਹਨੇ ਜ਼ਿੰਦਗੀ ਦੇ ਵਿੱਚ ਜਿਹੜੇ ਧੰਨ ਗੁਰੂ ਨਾਨਕ ਸਾਹਿਬ, ਸਭ ਤੋਂ ਵੱਡਾ ਸਤਿਗੁਰੂ ਨਾਨਕ ਹੈ। ਅੱਜ ਅਸੀਂ ਕਈ ਵਾਰੀ ਗੁਰੂ ਸਾਹਿਬ ਜੀ ਨੂੰ ਇਮੋਸ਼ਨਲੀ ਕਹਿੰਦੇ, ਧੰਨ ਗੁਰੂ ਨਾਨਕ ਸਾਹਿਬ ਸਾਡੇ, ਗੁਰੂ ਗੋਬਿੰਦ ਸਿੰਘ ਜੀ ਸਾਡੇ ਸਤਿਗੁਰੂ, ਪਰ ਇੱਕ ਵਾਰੀ ਗੁਰੂ ਸਾਹਿਬ ਜੀ ਦੀ ਰੂਹ ਦੇ ਨਾਲ ਗੱਲ ਨਾ ਕਰਕੇ ਵੇਖੀ ਹੋਵੇ ਕਿ ਘੱਟੋ ਘੱਟ ਮੈਂ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਤੇ ਪੜ੍ਹਾ ਨਾ, ਵੀ ਉਹ ਧਰਤੀ ਤੇ ਆਏ, ਬੜਾ ਵੱਡਾ ਕ੍ਰਾਂਤੀ ਉਹਨਾਂ ਨੇ ਕਰ ਦਿੱਤੀ, ਬੜਾ ਵੱਡਾ ਸਮਾਜ ਦੇ ਸੁਧਾਰ ਦਾ ਕੰਮ ਕੀਤਾ। ਉਸ ਸਮੇਂ ਜੋ ਕੀਤਾ ਉਹਨੂੰ ਮੈਂ ਘੱਟੋ ਘੱਟ ਆਪ ਜਾਣਨ ਦੀ ਕੋਸ਼ਿਸ਼ ਕਰਾਂ। ਇਹਦਾ ਮਤਲਬ ਹੈ ਅਸਲ ਦੇ ਵਿੱਚ ਜਿਹਦੇ ਅੰਦਰ ਇਹ ਇੱਛਾ ਪੈਦਾ ਨਹੀਂ ਹੋਈ, ਉਹ ਇਸ ਕੀਮਤੀ ਰਤਨ ਦੀ, ਕੀਮਤੀ ਹੀਰੇ ਦੀ ਆਪਣੀ ਜ਼ਿੰਦਗੀ ਦੇ ਵਿੱਚ ਵੈਲਿਊ ਨਹੀਂ ਸਮਝ ਰਿਹਾ। ਉਹਦਾ ਇੱਕ ਕਾਰਨ ਵੀ ਹੈ, ਅੱਜ ਵੀ ਜਦੋਂ ਸਾਡੇ ਨੌਜਵਾਨ ਨਹੀਂ ਪੜ੍ਹਦੇ ਬਾਣੀ, ਕਿ ਸਾਨੂੰ ਥੋੜ੍ਹਾ ਜਿਹਾ ਟਾਈਮ ਦੇ ਕੇ ਪੜ੍ਹਨ ਦੀ ਲੋੜ ਹੈ। ਜਿਵੇਂ ਅਸੀਂ ਇਕੋਨਮੀ ਦੀਆਂ ਥਿਊਰੀਜ਼ ਪੜ੍ਹਦੇ ਹਾਂ ਜਾਂ ਉਹ ਨਿੱਠ ਕੇ ਉਸ ਸਬਜੈਕਟ ਦੀ ਸਟੱਡੀ ਕਰਦੇ ਹਾਂ, ਜਿਵੇਂ ਅਸੀਂ ਸਾਈਕੋਲੋਜੀ ਦੀ, ਸਾਇੰਸ ਦੀ ਦੁਨੀਆ ਦੇ ਵਿੱਚ ਹੋਰ ਜੇ ਲਿੰਗੁਇਸਟਿਕਲੀ ਪ੍ਰਾਪਤੀਆਂ ਕਰਨੀਆਂ ਨੇ, ਵੱਖ-ਵੱਖ ਲੈਂਗੁਏਜ ਬੰਦਾ ਸਿੱਖਦਾ ਹੈ, ਇਕੋਨਮੀ ਦੀ ਹਰ ਫੀਲਡ ਦੀ ਅਸੀਂ ਸਟੱਡੀ ਕਰਨੇ ਆ। ਸੇਮ ਇਸੇ ਤਰ੍ਹਾਂ ਡੀਪਲੀ ਗੁਰੂ ਗ੍ਰੰਥ ਸਾਹਿਬ ਦੀ
ਜਦੋਂ ਬਾਣੀ ਦੀ ਕੋਈ ਸਟੱਡੀ ਕਰਦਾ ਹੈ ਨਾ, ਤੇ ਫਿਰ ਪਤਾ ਲੱਗਦਾ ਵੀ ਇਹ ਕਿੱਡਾ ਕੀਮਤੀ ਹੀਰਾ। ਫਿਰ ਉਹਦਾ ਅਹਿਸਾਸ ਹੁੰਦਾ ਹੈ ਕਿ ਜੋ ਵੇ ਆਫ ਲਾਈਫ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਕਮਾਲ ਦਾ ਆਪਣੇ ਆਪ ਦੇ ਵਿੱਚ ਫਲਸਫਾ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਇੱਕ ਦਿਨ ਦੇ ਵਿੱਚ ਨਹੀਂ ਹੋਣਾ। ਰਤਨ ਵੇਖਦਿਆਂ ਵੇਖਦਿਆਂ ਜਿਹੜਾ ਪੇਖਤ ਪੇਖਤ ਰਤਨ ਜੈਸੇ ਤੋਂ ਪਾਰਕ ਹੋਤ, ਸੁਨਤ ਸੁਨਤ ਜੈਸੇ ਪੰਡਤ ਪ੍ਰਵੀਨ ਹੈ। ਜਿੰਨੇ ਚੰਗੇ ਸਕਾਲਰ ਨੂੰ ਸੁਣਨ ਦੀ ਆਦਤ ਪਾ ਲਏ। ਵੇਖੋ ਅਸੀਂ ਸਾਰਾ ਦਿਨ ਨਾ ਸਭ ਤੋਂ ਜ਼ਿਆਦਾ ਬੰਦਾ ਅੱਜ YouTube ਦੇ ਉੱਤੇ, ਫੇਸਬੁੱਕ ਦੇ ਉੱਤੇ, WhatsApp ਦੇ ਉੱਤੇ ਬਹੁਤ ਟਾਈਮ ਜਿਹੜਾ ਗੁਜ਼ਾਰ ਰਿਹਾ ਹੈ। ਐਵਰੇਜ 4-5 ਘੰਟੇ ਹਰ ਬੰਦਾ ਸਕਰੀਨ ਦੇ ਉੱਤੇ ਜਿਹੜਾ ਬੈਠਾ ਹੋਇਆ ਹੈ। ਜਿੰਨਾ ਸਾਨੂੰ ਰੱਬ ਨੇ ਸਮਾਂ ਦਿੱਤਾ ਹੈ ਨਾ, ਜੇ ਬੰਦਾ ਆਪਣੇ ਆਪ ਦੀ ਇੰਪਰੂਵਮੈਂਟ ਦੇ ਉੱਤੇ ਕਿਧਰੇ ਪ੍ਰੋਪਰ ਸਮਝ ਕੇ ਇਹ ਸੋਚ ਲਏ ਵੀ ਮੈਂ ਇਹਦੇ ਕੋਲ ਐਜੂਕੇਸ਼ਨ ਹਾਸਲ ਕਰਨੀ, ਤੇ ਉੱਥੇ ਵੀ ਬੜੇ ਬੜੇ ਵੱਡੇ ਸਕਾਲਰ ਵਿਦਵਾਨ ਬੰਦੇ ਨੂੰ ਸੇਧ ਦੇਣ ਦੇ ਲਈ, ਗਿਆਨ ਦੇਣ ਦੇ ਲਈ ਬੈਠੇ ਹੋਏ ਨੇ। ਪਰ ਉਹਦੇ ਲਈ ਹੋਏਗਾ ਜਿਵੇਂ ਇੱਕ ਵਿਦਵਾਨ ਦਾ ਕਥਨ ਹੈ ਕਿ ਆਰਡੀਨਰੀ ਪੀਪਲ ਲਵ ਇੰਟਰਟੇਨਮੈਂਟ, ਐਕਸਟਰਾ ਆਰਡੀਨਰੀ ਪੀਪਲ ਅਡੋਰ ਨੌਲੇਜ। ਜਿਹੜੇ ਆਮ ਲੋਕ ਨੇ ਉਹ ਕੇਵਲ ਇੰਟਰਟੇਨਮੈਂਟ ਕਰਕੇ ਆਪਣਾ ਸਮਾਂ ਬਰਬਾਦ ਕਰ ਲੈਂਦੇ ਨੇ, ਤੇ ਜਿਹੜੇ ਅਸਲ ਦੇ ਵਿੱਚ ਜਿਨ੍ਹਾਂ ਨੇ ਜ਼ਿੰਦਗੀ ਨੂੰ ਸੇਧ ਦੇਣੀ ਹੈ, ਉਹ ਅਸਲ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਗਿਆਨ ਦੇ ਨਾਲ ਭਰਪੂਰ ਕਰਦੇ ਨੇ। ਚੰਗੀਆਂ ਚੀਜ਼ਾਂ ਸੁਣਨ ਦੀ ਉਹਨਾਂ ਨੂੰ ਆਦਤ ਹੁੰਦੀ। ਤੇ ਜੇ ਬੰਦਾ ਥੋੜ੍ਹਾ ਜਿਹਾ ਸਮਾਂ ਕੱਢ ਲੈਣਾ ਲਗਾਤਾਰ, ਤੇ ਕੁਝ ਸਮੇਂ ਬਾਅਦ ਬੰਦੇ ਦੀ ਸਰੋਤ ਵੀ ਬਦਲ ਜਾਂਦੀ ਹੈ, ਤੇ ਅਸਲ ਦੇ ਵਿੱਚ ਬੰਦੇ ਨੂੰ ਪ੍ਰਾਪਤੀਆਂ ਵੀ ਹੋਣੀਆਂ ਸ਼ੁਰੂ ਹੋ ਜਾਂਦੀਆਂ। ਜਿਵੇਂ ਸਾਡੇ ਨੇਲਸ ਵੱਧਦੇ ਨੇ ਨਾ ਨਹੁੰ, ਉਦੋਂ ਨਹੀਂ ਪਤਾ ਲੱਗਦਾ, ਪਰ ਜਦੋਂ ਵੱਧ ਕੇ ਕੱਟਣ ਵਾਲੇ ਹੋ ਜਾਂਦੇ ਨੇ ਉਦੋਂ ਇੱਕਦਮ ਪਤਾ ਲੱਗਦਾ ਵੀ ਵੱਧ ਗਏ ਨੇ। ਸੇਮ ਨੌਲੇਜ ਦਾ ਵੀ ਇਹ ਪ੍ਰੋਸੈਸ ਹੈ। ਜਦੋਂ ਬੰਦਾ ਉਹਦੇ ਵਿੱਚ ਗੁਜ਼ਰਦਾ ਰਹਿੰਦਾ, ਮਿਹਨਤ ਕਰਦਾ ਰਹਿੰਦਾ, ਐਫਰਟ ਕਰਦਾ ਰਹਿੰਦਾ, ਉਦੋਂ ਨਹੀਂ ਪਤਾ ਲੱਗਦਾ। ਜਦੋਂ ਸਾਲ 6 ਮਹੀਨੇ ਗੁਜ਼ਾਰ ਕੇ ਫਿਰ ਬੰਦਾ ਸਫ਼ਰ ਤੈਅ ਕਰ ਲੈਂਦਾ ਨਾ, ਫਿਰ ਬੰਦਾ ਕਹਿੰਦਾ ਵੀ ਪਿਛਲੇ ਸਾਲ ਤੇ ਮੇਰੀ ਆਹ ਮਾਨਤਾ ਸੀ, ਹੁਣ ਗਿਆਨ ਨੇ ਸੁਣਨ ਦੇ ਨਾਲ ਲਗਾਤਾਰ ਮੇਰੀ ਚੇਂਜ ਹੋ ਚੁੱਕੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਸੋਧਤ ਸੋਧਤ ਸੋਧਾ ਜੈਸੇ ਤੋਂ ਸੁਬਾਸੀ ਹੋਤ। ਜਿਹੜਾ ਪਰਫਿਊਮਰ ਹੈ, ਪਰਫਿਊਮਰਿਸਟ ਹੈ, ਅਸਲ ਦੇ ਵਿੱਚ ਲਗਾਤਾਰ ਪਰਫਿਊਮ ਨੂੰ ਸੁੰਘ ਕੇ ਸਮੈਲ ਕਰ ਕਰਕੇ ਇੱਕ ਦਿਨ ਉਹਨੂੰ ਜਿਹੜਾ ਬਿਲਕੁਲ ਪਤਾ ਲੱਗ ਜਾਂਦਾ ਵੀ ਕਿਹੜਾ ਪਰਫਿਊਮ, ਉਹਦੀ ਵੈਲਿਊ ਕੀ ਹੈ ਮਾਰਕੀਟ ਦੇ ਵਿੱਚ, ਤੇ ਅਸਲ ਦੇ ਵਿੱਚ ਉਹਦੀ ਫ੍ਰੈਗਰੈਂਸ ਨੂੰ ਪਹਿਚਾਨਣ ਵੀ ਕਿਸ ਚੀਜ਼ ਦੀ ਇਹ ਸਮੈਲ ਆ ਰਹੀ, ਆਮ ਬੰਦੇ ਨੂੰ ਨਹੀਂ ਪਤਾ ਲੱਗਦਾ। ਤੇ ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅਗਲੀ ਉਦਾਹਰਨ ਦਿੱਤੀ, ਗਾਵਤ ਗਾਵਤ ਜੈਸੇ ਗਾਏ ਨ ਗੁਨੀਨ ਹੈ। ਜਦੋਂ ਕੋਈ ਬੰਦਾ ਸ਼ੁਰੂਆਤ ਕਰਦਾ ਹੈ ਨਾ ਮਿਊਜ਼ਿਕ ਦੀ, ਤੇ ਉਹ ਇੱਕਦਮ ਐਕਸਪਰਟ ਸਿੰਗਰ ਦੀ ਤਰ੍ਹਾਂ ਗਾ ਨਹੀਂ ਸਕਦਾ, ਰਾਗੀ ਦੀ ਤਰ੍ਹਾਂ। ਬੜੇ ਸਾਲ ਲੱਗ ਜਾਂਦੇ ਨੇ ਇਹ ਵਿੱਦਿਆ ਸਿੱਖਣ ਦੇ ਲਈ, ਤੇ ਲਗਾਤਾਰ ਐਫਰਟ ਕਰਨ ਕਰਕੇ ਹੀ, ਜੇ ਵਿੱਚ ਕੁਇਟ ਕਰਦੇ ਫਿਰ ਵੀ ਅਸਲ ਦੇ ਵਿੱਚ ਬੰਦਾ ਉਸ ਸਿਖਰ ਤੱਕ ਨਹੀਂ ਪਹੁੰਚਦਾ। ਤੇ ਜਿਹੜੇ ਵੀ ਮਿਊਜ਼ਿਕ ਦੀ ਦੁਨੀਆ ਦੇ ਵਿੱਚ ਵੀ ਕਾਮਯਾਬ ਹੋਏ ਨੇ ਨਾ, ਦੁਨੀਆ 'ਚ ਤੁਸੀਂ ਵੇਖੋ ਕਿੰਨੇ ਕਿੰਨੇ ਘੰਟੇ ਜਿਹੜਾ ਆਪਣੇ ਖੁਸ਼ੀ ਗਮੀ ਦੇ ਕਈ ਵਾਰੀ ਪ੍ਰੋਗਰਾਮ ਛੱਡ ਕੇ ਉਹ ਉਸ ਵਿੱਦਿਆ ਹਾਸਲ ਕਰਨ ਦੇ ਲਈ ਲਿਵਲੀਨ ਰਹੇ ਨੇ। ਕਹਿਣ ਦਾ ਮਤਲਬ ਉਹਨਾਂ ਨੇ ਬੜਾ ਅਭਿਆਸ ਕੀਤਾ, ਉਹਨਾਂ ਦਾ ਆਪਣਾ ਬੜਾ ਜ਼ਾਬਤਾ ਸੀ। ਕਿਸੇ ਵੀ ਫੀਲਡ ਦੇ ਵਿੱਚ ਬੰਦੇ ਨੇ ਕਾਮਯਾਬ ਹੋਣਾ ਹੋਵੇ, ਸਭ ਤੋਂ ਪਹਿਲੀ ਰੁਕਾਵਟ ਉਹਦੀ ਲੇਜ਼ੀਨੈਸ, ਆਲਸ, ਵੀ ਬੰਦਾ ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ। ਗੁਰਬਾਣੀ ਦੇ ਅੰਦਰ ਵੀ ਇਸ ਤਰ੍ਹਾਂ ਵਾਪਰਦਾ ਹੈ ਵੀ ਜਦੋਂ ਬੰਦਾ ਕਹਿੰਦਾ ਅੱਜ ਸ਼ੁਰੂ ਕਰਾਂਗਾ, ਕੱਲ੍ਹ ਸ਼ੁਰੂ ਕਰਾਂਗਾ, ਸੇਮ ਇਸੇ ਤਰ੍ਹਾਂ ਪ੍ਰੋਕਾਸਟੀਨੇਸ਼ਨ, ਜਦੋਂ ਕਈ ਵਾਰੀ ਟਾਲਦਾ ਚੀਜ਼ਾਂ ਨੂੰ, ਉਦੋਂ ਵੀ ਨਹੀਂ ਸਿੱਖ ਸਕਦਾ। ਇਸ ਕਰਕੇ ਇਹਦੇ ਲਈ ਐਫਰਟ ਕਰਨਾ ਪੈਂਦਾ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਲਿਖਤ ਲਿਖਤ ਲੇਖ ਜੈਸੇ ਤੋਂ ਲੇਖਕ ਹੋਤ। ਇੱਕ ਛੋਟੀ ਜਿਹੀ ਐਗਜ਼ਾਮਪਲ, ਕਿਉਂਕਿ ਜਦੋਂ ਅਸੀਂ ਗੁਰਬਾਣੀ ਪੜ੍ਹੀਏ ਨਾ, ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹੀਏ, ਤੇ ਨਾਲ ਨਾਲ ਆਪਣੇ ਜੀਵਨ ਨੂੰ ਸੇਧ ਦੇਣ ਦੀ ਗੱਲ ਕਰੀਏ, ਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਸਿਖਾਉਣਾ ਹੈ। ਤੇ ਅਸਲ ਦੇ ਵਿੱਚ ਕਿਉਂਕਿ ਸਿੱਖ ਦੀ ਇੱਕ ਹੋਰ ਵੀ ਡਿਊਟੀ ਹੈ, ਉਹ ਡਿਊਟੀ ਹੈ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ,
ਜੋ ਆਪ ਜਪੈ ਅਵਰਾ ਨਾਮ ਜਪਾਵੈ, ਵੀ ਦੂਸਰੇ ਨੂੰ ਵੀ ਨਾਲ ਜੋੜਨਾ। ਇਸ ਕਰਕੇ ਸਾਨੂੰ ਉਹ ਬਾਣੀ ਦੀਆਂ ਪੰਕਤੀਆਂ ਦੇ ਉੱਤੇ ਕੰਮ ਕਰਨਾ ਆਉਣਾ ਚਾਹੀਦਾ। ਲਿਖਤ ਲਿਖਤ ਲੇਖ, ਜਿਹੜਾ ਲੇਖਕ ਹੁੰਦਾ ਹੈ ਨਾ, ਖੁਸ਼ਵੰਤ ਸਿੰਘ ਦੇ ਜੀਵਨ ਦੀ ਇੱਕ ਘਟਨਾ ਹੈ। ਇੱਕ ਲੜਕੀ ਦੇ ਨਾਲ ਸਕੂਲ ਦੇ ਵਿੱਚ ਪੜ੍ਹਦਿਆਂ, ਬੜੀ ਛੋਟੀ ਸੀ ਤੇ ਸਿੱਖ ਪਰਿਵਾਰ ਤੋਂ ਹੋਣ ਕਰਕੇ ਜ਼ਿਆਦਤੀ ਹੋਈ, ਉਹਦਾ ਮਜ਼ਾਕ ਉਡਾਇਆ ਗਿਆ। ਤੇ ਉਹਨੇ ਆ ਕੇ ਉਹਨਾਂ ਨੂੰ ਦੱਸਿਆ ਵੀ ਮੇਰਾ ਅੱਜ ਮਜ਼ਾਕ ਉਡਾਇਆ ਗਿਆ। ਉਹਨਾਂ ਨੇ ਕਿਹਾ ਮੈਨੂੰ ਦੱਸ ਨਾ, ਤੁਸੀਂ ਇਹਨੂੰ ਲਿਖਤੀ ਤੌਰ ਤੇ ਬੇਟਾ ਲੈ ਕੇ ਆਓ। ਉਹਨੇ ਲਿਖਤੀ ਤੌਰ ਤੇ ਲਿਆਂਦਾ, ਇੱਕ ਅਖਬਾਰ ਦੇ ਵਿੱਚ ਉਹਦਾ ਲੇਖ ਲਵਾ ਦਿੱਤਾ ਉਸ ਬੱਚੀ ਦਾ। ਉਹਨੂੰ ਖੁਸ਼ੀ ਬੜੀ ਮਿਲੀ ਜਦੋਂ, ਕਿਉਂਕਿ ਇਸ ਤਰ੍ਹਾਂ ਡਿਸਕ੍ਰਿਮੀਨੇਸ਼ਨ ਹੋਵੇ, ਕਿਸੇ ਨਾਲ ਜ਼ਿਆਦਤੀ ਹੋਵੇ, ਲੋਕ ਵੀ ਫਿਰ ਗੱਲਬਾਤ ਪੁੱਛਦੇ ਨੇ। ਉਹਨੂੰ ਇੰਨੀ ਖੁਸ਼ੀ ਹੋਈ। ਉਸ ਤੋਂ ਬਾਅਦ ਜਿਹੜੀ ਘਟਨਾ ਉਹਦੀ ਜ਼ਿੰਦਗੀ 'ਚ ਵਾਪਰੀ, ਉਹ ਕਹਿੰਦੀ ਮੈਂ ਲਿਖਣਾ ਸ਼ੁਰੂ ਕਰ ਦਿੱਤਾ। ਲਿਖਦਿਆਂ ਲਿਖਦਿਆਂ ਮਹਾਨ ਲੇਖਕ ਬਣ ਗਈ। ਤੇ ਅਸਲ ਦੇ ਵਿੱਚ ਸੇਮ ਇਸੇ ਤਰ੍ਹਾਂ ਤੁਸੀਂ ਵੇਖੋ, ਜਿੰਨੇ ਦੁਨੀਆ ਦੇ ਵੱਡੇ ਵੱਡੇ ਐਪਿਕ ਨੇ, ਰਾਮਾਇਣ ਹੈ, ਲਿਖਿਆ ਹੋਇਆ ਇੱਕ ਲੇਖਕ ਦਾ ਨਾਟਕ ਹੀ ਹੈ ਅਸਲ ਦੇ ਵਿੱਚ। ਤੋ ਲਿਖਿਆ ਇੰਨਾ ਮਕਬੂਲ ਵੀ ਉਹ ਕਰੈਕਟਰ ਰਾਮਚੰਦਰ ਬਣ ਗਿਆ। ਫਿਰ ਉੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪੈਸਾ ਜਿਹੜਾ ਤੇ ਪਾਰਟੀਆਂ ਇਨਵੋਲਵ ਹੋ ਗਈਆਂ ਵੀ ਰਾਮ ਰਾਜ ਪੈਦਾ ਕਰਨਾ ਧਰਤੀ ਦੇ ਉੱਤੇ। ਕਹਿਣ ਦਾ ਮਤਲਬ ਅਸਲ ਦੇ ਵਿੱਚ ਜਿਹੜਾ ਜਦੋਂ ਕੋਈ ਕਿਸੇ ਰਾਹ ਦੇ ਉੱਤੇ ਤੁਰ ਕੇ ਬੰਦਾ ਯਤਨ ਕਰਦਾ ਹੈ ਨਾ, ਤੇ ਅਸਲ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ, ਜੇ ਲੇਖਣੀ ਦੀ ਦੁਨੀਆ ਦੇ ਵਿੱਚ ਅਸੀਂ ਹੱਥ ਜਮਾਈਏ ਤੇ ਫਿਰ ਅਸੀਂ ਮਹਾਨ ਲੇਖਕ ਬਣ ਸਕਦੇ ਹਾਂ। ਲਿਖਤ ਲਿਖਤ ਲੇਖ ਜੈਸੇ ਤੋਂ ਲੇਖਕ ਹੋਤ। ਤੇ ਅੱਜ ਸਿੱਖ ਕੌਮ ਦੇ ਵਿੱਚ ਹਰ ਫੀਲਡ ਦੇ ਵਿੱਚ ਚੰਗੇ ਬੰਦੇ ਦੀ ਲੋੜ ਹੈ, ਚੰਗੇ ਲੇਖਕਾਂ ਦੀ ਸਾਨੂੰ ਲੋੜ ਹੈ। ਪੰਜਾਬੀ ਦਾ ਜਿਹੜਾ ਲਿਟਰੇਚਰ ਹੈ, ਖਾਸ ਕਰਕੇ ਅਸੀਂ ਕਹਿੰਦੇ ਹਾਂ ਪੰਜਾਬੀ, ਹੋਰ ਚੰਗੀਆਂ ਰਿਚ ਵਰਲਡ ਲੈਵਲ ਦੀਆਂ ਕਿਤਾਬਾਂ ਲਿਖਣ ਦੀ ਸਾਨੂੰ ਲੇਖਕਾਂ ਦੀ ਲੋੜ ਹੈ। ਪੁਰਾਣੇ ਲੇਖਕ ਸਨ ਜਿਨ੍ਹਾਂ ਨੇ ਬੜਾ ਕੰਮ ਕੀਤਾ। ਜੇ ਅਸੀਂ ਆਪਣੀ ਜ਼ੁਬਾਨ ਨੂੰ ਹੋਰ ਵਧੀਆ, ਕਿਉਂਕਿ ਤੁਸੀਂ ਵੇਖੋ ਆ ਜਿਹੜੇ ਮੈਂ ਛੋਟੀ ਜਿਹੀ ਇੱਕ ਐਗਜ਼ਾਮਪਲ ਦੇਣ ਲੱਗਾ, IAS IPS ਆਫਿਸਰ ਦੀ ਤਿਆਰੀ ਕਰਦੇ ਨਾ ਇੰਡੀਆ ਦੇ ਵਿੱਚ ਐਗਜ਼ਾਮ, ਤੇ ਉਹਦੇ ਵਿੱਚ ਇੱਕ ਗੱਲ ਹੈ ਵੀ ਜਿਹੜੇ ਹਿੰਦੀ 'ਚ ਕਰਦੇ ਨੇ, ਉਹ ਕਹਿੰਦੇ ਨੇ ਉਹਨਾਂ ਦੀ ਸ਼ਿਕਾਇਤ ਹੁੰਦੀ ਵੀ ਹਿੰਦੀ ਦੇ ਵਿੱਚ ਸਾਨੂੰ ਲਿਟਰੇਚਰ ਜ਼ਿਆਦਾ ਪੜ੍ਹਨਾ ਪੈਂਦਾ ਤੇ ਨੌਲੇਜ ਦੀ ਡੈਂਸਿਟੀ ਓਨੀ ਨਹੀਂ ਹੈ, ਤੇ ਥੋੜ੍ਹਾ ਜਿਹਾ ਜ਼ਿਆਦਾ ਕਿਤਾਬਾਂ ਪੜ੍ਹ ਕੇ ਫਿਰ ਜ਼ਿਆਦਾ ਐਫਰਟ ਕਰਨਾ ਪੈਂਦਾ। ਪਰ ਜੇ ਇੰਗਲਿਸ਼ ਦੇ ਵਿੱਚ ਐਗਜ਼ਾਮ ਦੇਣਾ ਤਾਂ ਥੋੜ੍ਹੀਆਂ ਕਿਤਾਬਾਂ ਪੜ੍ਹ ਕੇ ਜ਼ਿਆਦਾ ਸਮੱਗਰੀ ਅਵੇਲੇਬਲ ਹੋ ਜਾਂਦੀ। ਇਸੇ ਤਰ੍ਹਾਂ ਸਾਨੂੰ ਪੰਜਾਬੀ ਦੇ ਵਿੱਚ ਵੀ ਕਰਨਾ ਚਾਹੀਦਾ। ਜੇ ਅਸੀਂ ਪੰਜਾਬੀ ਜ਼ੁਬਾਨ ਨੂੰ ਦੁਨੀਆ ਦੇ ਅੰਦਰ ਅਸੀਂ ਕਿੰਨੇ ਪਹੁੰਚਾਉਣਾ ਹੈ, ਤੇ ਉਹਦੇ ਵਿੱਚ ਨਵਾਂ ਲਿਟਰੇਚਰ, ਨਵੀਂ ਹਰ ਤਰ੍ਹਾਂ ਦੀ ਸਿੱਖਿਆ ਦੇ ਲਈ ਸਾਨੂੰ ਲੇਖਕ ਪੈਦਾ ਕਰਨੇ ਚਾਹੀਦੇ ਨੇ। ਤੇ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਗੁਰੂ ਸਾਹਿਬ ਜੀ ਨੇ ਉਸ ਸਮੇਂ ਬਾਣੀ ਜਿਹੜੀ ਉਚਰਿਤ ਕੀਤੀ ਆਪਣੇ ਹੱਥਾਂ ਦੇ ਨਾਲ ਲਿਖੀ ਹੈ ਗੁਰੂ ਸਾਹਿਬ ਜੀ ਨੇ। ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ, ਜੋ ਹਰ ਜਸ ਹਰ ਹਰ ਲੇਖੈ ਨਾਮ। ਤੇ ਇਸ ਕਰਕੇ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਗੁਰਸਿੱਖੀ ਦੀ ਸੇਵਾ, ਗੁਰਬਾਣੀ ਦੀਆਂ ਪੋਥੀਆਂ ਜਿਹੜੀਆਂ ਲਿਖ ਕੇ ਸੰਗਤ ਤੱਕ ਪਹੁੰਚਾਉਣੀਆਂ ਬੜੀ ਵੱਡੀ ਸੇਵਾ ਹੁੰਦੀ ਸੀ ਅਸਲ ਦੇ ਵਿੱਚ। ਤੇ ਭਾਈ ਸਾਹਿਬ ਕਹਿ ਰਹੇ ਨੇ, ਲਿਖਤ ਲਿਖਤ ਲੇਖ ਜੈਸੇ ਤੋਂ ਲੇਖਕ ਹੋਤ, ਚਾਖਤ ਚਾਖਤ ਜੈਸੇ ਭੋਗੀ ਰਸ ਭੀਨ ਹੈ। ਚੱਖਦਿਆਂ ਚੱਖਦਿਆਂ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਅਸਲ ਦੇ ਵਿੱਚ ਉਹ ਟੇਸਟਰ ਬਣ ਜਾਂਦਾ ਵੀ ਇਹਦਾ ਟੇਸਟ ਕੀ ਹੈ। ਭਾਈ ਗੁਰਦਾਸ ਜੀ ਨੇ ਜਿਹੜੀ ਗੁਰੂ ਸਾਹਿਬ ਜੀ ਨੇ ਅੱਜ ਗੱਲ ਕੀਤੀ ਹੈ ਬਾਣੀ ਦੇ ਅੰਦਰ, ਸਾਨੂੰ ਹੁਕਮ ਕੀਤਾ, ਫਰਮਾਨ ਕੀਤਾ ਹੈ ਕਿ ਗੁਰਸਿੱਖ ਮੀਤ ਚਲੋ ਗੁਰ ਚਾਲੀ। ਅਸਲ ਦੇ ਵਿੱਚ ਪੌੜੀਆਂ ਤੇ ਭਾਈ ਗੁਰਦਾਸ ਜੀ ਦੇ ਜਿਹੜੇ ਕਵਿਤ ਨੇ, ਪਹਿਲੀਆਂ 3 ਲਾਈਨਾਂ ਜਿਹੜੀਆਂ ਕਵਿਤ ਦੀਆਂ ਉਹ ਐਗਜ਼ਾਮਪਲਸ ਹੁੰਦੀਆਂ, ਇਹ ਸਾਰੀਆਂ ਐਗਜ਼ਾਮਪਲਸ ਨੇ। ਪਰ ਐਗਜ਼ਾਮਪਲਸ ਦੇ ਵਿੱਚੋਂ ਵੀ ਅਸੀਂ ਸੇਧ ਲੈਣੀ ਹੁੰਦੀ ਹੈ, ਟਾਈਮ ਨੂੰ ਸਫਲਾ ਕਰਨਾ ਹੁੰਦਾ ਵੀ ਜਿਹੜੀ ਐਗਜ਼ਾਮਪਲ ਦਿੱਤੀ ਜਾ ਰਹੀ ਉਹ ਵੀ ਸਾਡੇ ਪੱਲੇ ਕੁਝ ਗਿਆਨ ਪਾ ਜਾਏ। ਤੇ ਲਾਸਟ ਉਹ ਕਹਿੰਦੇ ਨੇ, ਚਲਤ ਚਲਤ ਜੈਸੇ ਪਹੁੰਚੋ ਟਿਕਾਣੇ ਜਾਏ। ਕਿਉਂ ਗੁਰੂ ਦੀ ਚਾਲ ਚੱਲਣੀ? ਵੀ ਗੁਰੂ ਦੀ ਚਾਲ ਚੱਲਦਿਆਂ ਚੱਲਦਿਆਂ ਅਸੀਂ ਪ੍ਰੀਤਮ ਦੇ ਦੇਸ਼, ਉਹ ਅਵਸਥਾ ਜਿਹੜੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇਣਾ ਚਾਹੁੰਦੀ ਹੈ, ਸਚਿਆਰੇ ਵਾਲੀ, ਉਸ ਥਾਂ ਦੇ ਉੱਤੇ ਅਸੀਂ ਪਹੁੰਚਣਾ। ਇਸ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਖੋਜਤ ਖੋਜਤ ਗੁਰ ਸ਼ਬਦ ਲਿਵਲੀਨ ਹੈ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਲੇ। ਇਸ ਤਰ੍ਹਾਂ ਲਗਾਤਾਰ ਟਾਈਮ ਰੋਜ਼ ਕੱਢਣਾ ਗੁਰਬਾਣੀ, ਨਿਤ ਉੱਠ ਗਾਵੋ
ਪ੍ਰਭ ਕੀ ਬਾਣੀ, ਬਾਣੀ ਦੇ ਲਈ, ਤਾਂ ਕਿ ਸ਼ਬਦ ਨੂੰ ਖੋਜਦਿਆਂ ਅਸੀਂ ਸੁਰਤੀ ਕਰਕੇ, ਵੇਖੋ ਬੰਦਾ ਗਾਣੇ ਸੁਣਨ ਦੀ ਆਦਤ ਪਾ ਦੇ ਨਾ, ਸਕਰੀਨ ਵੇਖਣ ਦੀ, ਤੇ ਦਿਮਾਗ ਦੇ ਵਿੱਚ ਇੱਕ ਡੋਪਾਮਾਈਨ ਸਕ੍ਰੀਸ਼ਨ ਹੁੰਦੀ ਉਹਦੀ, ਤੇ ਬੰਦਾ ਐਡਿਕਟਡ ਹੁੰਦਾ ਜਾਂਦਾ, ਹੋਰ ਵੀ ਵਟਸਐਪ ਟਿਕਟੌਕ ਤੇ ਟਾਈਮ ਬਰਬਾਦ ਕਰਦਾ, ਤੇ ਲਗਾਤਾਰ ਐਡਿਕਟਡ ਬਣ ਰਹੇ ਨੇ ਬਹੁਤ ਸਾਰੇ ਬੱਚੇ। ਉਹ ਚਾਹ ਕੇ ਵੀ ਜਿਹੜੇ ਛੱਡ ਨਹੀਂ ਕਈ ਵਾਰੀ ਸਕਦੇ। ਸੇਮ ਜੇ ਅਸੀਂ ਚੰਗੀ ਆਦਤ ਪਾ ਲਈਏ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਦੀ ਆਦਤ ਪੈ ਜਾਏ, ਫਿਰ ਬਿਨ ਗੁਰ ਦੇਖੇ ਨੀਂਦ ਨਾ ਆਵੇ, ਫਿਰ ਇਹ ਵੀ ਅਵਸਥਾ ਆਉਂਦੀ। ਫਿਰ ਮਿਲ ਮੇਰੇ ਪ੍ਰੀਤਮਾ ਜੀਓ, ਹਾਂ ਤੁਧ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨਾ ਆਵੈ ਜੀਓ, ਭਾਵੈ ਅੰਨ ਨਾ ਪਾਣੀ, ਪਾਣੀ ਅੰਨ ਨਾ ਭਾਵੈ, ਮਰੀਏ ਹਾਵੈ, ਬਿਨ ਫਿਰ ਕਿਉਂ ਸੁਖ ਪਾਈਐ। ਇਹ ਅਵਸਥਾ ਆ ਜਾਂਦੀ, ਬੰਦਾ ਅਸਲ ਦੇ ਵਿੱਚ ਸ਼ਬਦ ਦੇ ਵਿੱਚ ਲਵਲੀਨ ਰਹਿਣਾ ਸ਼ੁਰੂ ਹੋ ਜਾਂਦਾ। ਤੇ ਲਵਲੀਨ ਰਹਿੰਦਿਆਂ ਹੋਇਆਂ ਤੁਸੀਂ ਜੇ ਕਿਧਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਚੰਗੀ ਅੰਡਰਸਟੈਂਡਿੰਗ ਹੈ ਨਾ, ਫਿਰ ਦੁਨਿਆਵੀ ਗਿਆਨ ਵੀ ਨਾਲ ਕੰਪੇਅਰ ਕਰਕੇ ਦੇਖੋ, ਤੁਹਾਨੂੰ ਲੱਗੇਗਾ ਵੀ ਜੋ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰ ਦਿੱਤੀ ਹੈ, ਉਹਦਾ ਕਿਧਰੇ ਮੁਕਾਬਲਾ ਨਹੀਂ ਹੈ। ਅਸਲ ਦੇ ਵਿੱਚ ਇਹੋ ਜਿਹੀ ਚੰਗੀ ਜ਼ਿੰਦਗੀ ਦੀ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਤੇ ਅੱਜ ਦੇ ਸ਼ਬਦ ਦੇ ਅੰਦਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਨੂੰ ਹੁਕਮ ਕਰ ਰਹੇ ਨੇ, ਗੁਰਸਿੱਖੋ ਮਿੱਤਰੋ, ਗੁਰੂ ਦੀ ਚਾਲ ਚੱਲੋ। ਗੁਰੂ ਦੀ ਚਾਲ ਜੇ ਅੱਜ ਚੱਲਣੀ ਹੋਵੇ ਨਾ, ਅਸੀਂ ਇੱਕ ਤੇ ਬਾਣੀ ਦਾ ਗਿਆਨ ਲੈਣਾ, ਉਹਦੀ ਮਹਾਨਤਾ ਸਮਝਣੀ, ਇਹ ਹੈ ਪਹਿਲਾ ਜਿਹੜਾ ਅਸਲ ਦੇ ਵਿੱਚ ਮਕਸਦ ਹੈ ਨਾ, ਜਿਹੜੀ ਪਹਿਲਾ ਜਿਹੜਾ ਸਟੈਪ ਹੋਏਗਾ, ਉਹ ਸਾਡੇ ਰਹਿਤਨਾਮਿਆਂ ਦੇ ਵਿੱਚ ਬਜ਼ੁਰਗਾਂ ਨੇ ਕਿਹਾ, ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪਹੁਲ ਛਕੇ। ਤੇ ਜਿਹੜਾ ਬੰਦਾ ਗੁਰੂ ਦੀ ਚਾਲ ਨਹੀਂ ਚੱਲਣਾ ਚਾਹੁੰਦਾ, ਪਿਛਲੇ ਦਿਨ ਹੀ ਜ਼ਿਕਰ ਕੀਤਾ ਸੀ ਕਿਉਂ ਬੰਦਾ ਨਹੀਂ, ਅਸਲ ਦੇ ਵਿੱਚ ਉਹਦਾ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਆਲਰੇਡੀ ਜਵਾਬ ਦਿੱਤਾ ਹੋਇਆ। ਬੰਦਾ ਕਈ ਵਾਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ, ਜ਼ਿੰਦਗੀ ਵਿਕਾਰਾਂ ਦੇ ਵਿੱਚ ਆਜ਼ਾਦੀ ਮਾਨਣਾ ਚਾਹੁੰਦਾ, ਤੇ ਬੰਦਾ ਕਹਿੰਦਾ ਜੇ ਮੈਂ ਅੰਮ੍ਰਿਤ ਛਕ ਲਿਆ ਮੇਰੀ ਤੇ ਆਜ਼ਾਦੀ ਖਤਮ ਹੋ ਜਾਏਗੀ। ਗੁਰੂ ਦੇ ਮੁਤਾਬਕ ਖਾਣਾ ਪਏਗਾ, ਗੁਰੂ ਦੇ ਮੁਤਾਬਕ ਪਹਿਨਣਾ ਪਏਗਾ, ਗੁਰੂ ਦੇ ਮੁਤਾਬਕ ਵਿਚਰਨਾ ਪਏਗਾ। ਹਾਲਾਂਕਿ ਇਸ ਅਹਿਸਾਸ ਦੇ ਵਿੱਚ ਅੰਮ੍ਰਿਤ ਛਕਣ ਤੋਂ ਬਾਅਦ ਵੀ ਸਾਰੇ ਨਹੀਂ ਰਹਿੰਦੇ, ਜਿਹੜਾ ਰਹਿਣਾ ਚਾਹੀਦਾ ਇਸ ਅਹਿਸਾਸ ਦੇ ਵਿੱਚ, ਗੁਰੂ ਦੀ ਜਿਹੜੀ ਸਿੱਖਿਆ ਦੇ ਮੁਤਾਬਕ ਸਾਨੂੰ ਚੱਲਣਾ ਚਾਹੀਦਾ। ਇਸ ਕਰਕੇ ਗੁਰੂ ਸਾਹਿਬ ਨੇ ਅੰਮ੍ਰਿਤ ਛਕਣ ਤੱਕ ਨਹੀਂ, ਉਸ ਤੋਂ ਅਗਲੀ ਵੀ ਗੱਲ ਕੀਤੀ, ਰਹਿਣੀ ਰਹਿ ਸੋਈ ਸਿੱਖ ਮੇਰਾ, ਜਾਂ ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ, ਰਹਿਤ ਬਿਨਾ ਸੁਖ ਕਬਹੂ ਨਾ ਲਹੈ। ਇਹ ਗੁਰੂ ਸਾਹਿਬ ਜੀ ਨੇ ਬਕਾਇਦਾ ਬਾਣੀ ਦੇ ਅੰਦਰ ਲਿਖ ਦਿੱਤਾ ਹੋਇਆ। ਇਸ ਕਰਕੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਜਿਹੜੀ ਰਹਿਤ ਹੈ, ਉਹਨੂੰ ਪਹਿਲੀ ਜਿਹੜੀ ਰਹਿਤ ਹੈ ਉਹ ਖੰਡੇ ਬਾਟੇ ਦੀ ਪਹੁਲ ਲੈਣੀ। ਪਹੁਲ ਬੰਦਾ ਇਸ ਕਰਕੇ ਨਹੀਂ ਲੈਂਦਾ ਕਿਉਂਕਿ ਦੁਨੀਆ ਦੇ ਅੰਦਰ ਵਿਕਾਰਾਂ ਦੇ ਵਿੱਚ ਬੰਦਾ ਕਹਿੰਦਾ ਮੇਰੀ ਆਜ਼ਾਦੀ ਖਤਮ ਹੋ ਜਾਏਗੀ। ਪਰ ਮਾਫ ਕਰਨਾ, ਇੱਕ ਵਿਦਵਾਨ ਨੇ ਬੜੇ ਕਮਾਲ ਦੀ ਵਿਗਿਆਨ ਦੇ ਝਰੋਖੇ 'ਚੋਂ ਮਨੁੱਖ ਸੁਰਜੀਤ ਸਿੰਘ ਢਿੱਲੋਂ ਜੀ ਨੇ ਲਿਖੀ, ਡਾਕਟਰ ਨੇ, ਉਹਨੇ ਕਿਹਾ ਕੋਈ ਬੰਦਾ ਆਜ਼ਾਦ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਇਹ ਗੱਲ ਕਹਿੰਦੀ, ਹਰ ਬੰਦਾ ਗੁਲਾਮ ਹੈ ਕਿਸੇ ਨਾ ਕਿਸੇ ਥਾਟ ਦਾ, ਕਿਸੇ ਨਾ ਕਿਸੇ ਵਿਚਾਰਧਾਰਾ, ਆਈਡੀਓਲੋਜੀ ਦਾ। ਹਾਂ, ਬੰਦਾ ਸ਼ਰਾਬ ਦੀ ਗੁਲਾਮੀ ਕਰਨ ਨੂੰ ਤਿਆਰ ਹੈ, ਗੁਰੂ ਸਾਹਿਬ ਜੀ ਦਾ ਅੰਮ੍ਰਿਤ ਛਕਣ ਲਈ ਤਿਆਰ ਨਹੀਂ ਹੈ। ਬੰਦਾ ਚੋਇਸ ਗਲਤ ਕਰ ਰਿਹਾ ਹੈ। ਬੰਦਾ ਅਸਲ ਦੇ ਵਿੱਚ ਪਾਰਤਰਾ ਰੂਪ ਨਾ ਪੇਖਾ ਨੇਤਰ, ਪਰਾਇਆ ਰੂਪ ਜਿਹੜਾ ਵੇਖਣ ਨੂੰ ਬੰਦਾ ਆਜ਼ਾਦੀ ਸਮਝਦਾ, ਹਾਲਾਂਕਿ ਉਹਦਾ ਗੁਲਾਮ ਹੈ ਉਹ ਥਾਟ ਦਾ, ਆਪਣੀ ਵਾਸ਼ਨਾ ਦਾ। ਪਰ ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਉਹ ਜਿਹੜਾ ਥਾਟ ਆਪਣੇ ਜੀਵਨ ਦੇ ਵਿੱਚ ਨਹੀਂ ਪਾਲਦਾ। ਇਸ ਕਰਕੇ ਹਰ ਬੰਦਾ ਕ੍ਰੋਧ ਦਾ ਗੁਲਾਮ ਬਣਨ ਲਈ ਤਿਆਰ ਹੈ, ਪਰ ਸਰਬਤ ਦੇ ਭਲੇ ਦੀ ਬਿਰਤੀ ਦਾ ਗੁਲਾਮ ਬਣਨ ਲਈ ਤਿਆਰ ਨਹੀਂ ਹੈ। ਬੰਦਾ ਲੋਭ ਦੇ ਵਿੱਚ ਦੂਜੇ ਨੂੰ ਲੁੱਟਣ ਤੇ ਦੂਜੇ ਦਾ ਧਨ ਦੌਲਤ ਖੋਹ ਕੇ ਜਾਂ ਉਧਰ ਆਕਰਸ਼ਿਤ ਹੋ ਕੇ ਅਨੈਤਿਕ ਕੰਮ ਕਰਨ ਲਈ ਤਿਆਰ ਹੈ, ਪਰ ਅਸਲ ਦੇ ਵਿੱਚ ਸੰਤੋਖੀ ਬਣ ਕੇ ਧਰਮ ਦੀ ਕਿਰਤ ਕਰਨ ਵਾਲੇ ਥਾਟ ਦਾ ਗੁਲਾਮ ਨਹੀਂ ਹੋਣਾ ਚਾਹੁੰਦਾ। ਇਸ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਪਿਛਲੇ ਦਿਨ ਵੀ ਅਰਜ਼ ਕੀਤੀ ਸੀ ਵੀ ਇਹ ਜਿਹੜਾ ਸ਼ਬਦ ਹੈ ਨਾ, ਮੱਧ ਵਿੱਚ ਰਿੱਧਾ ਪਾਇ ਕੈ ਕੁੱਤੇ ਦਾ ਮਾਸ। ਬੰਦੇ ਦੇ ਕੁੱਤੇ ਦਾ ਮਾਸ ਕੀ ਹੈ? ਲੱਭ ਕੁੱਤਾ, ਕੂੜ ਚੂੜਾ। ਤੇ ਮੱਧ ਕੀ ਹੈ? ਧਨ ਜੋਬਨ ਪ੍ਰਭਤਾ ਕੇ ਮੱਧ। ਬੰਦੇ ਦੇ ਜੀਵਨ ਦੇ ਵਿੱਚ ਆਪਣਾ ਬੰਦੇ ਨੇ ਟਾਰਗੇਟ ਬਣਾਇਆ ਵੱਧ ਤੋਂ ਵੱਧ ਦੌਲਤ, ਵੱਧ ਤੋਂ ਵੱਧ ਜੋਬਨ ਦੇ ਵਿੱਚ ਵਿਕਾਰ ਭੋਗਣਾ, ਵੱਧ ਤੋਂ ਵੱਧ ਪਦਵੀ ਦੇ ਉੱਤੇ ਕਾਬਜ਼ ਹੋਣਾ ਕਿਸੇ ਤੇ। ਇਹ ਨਸ਼ਾ ਹੈ ਬੰਦੇ ਦੇ ਅੰਦਰ। ਅੱਜ ਬੰਦਾ ਨੇਮ ਫੇਮ ਦੇ ਪਿੱਛੇ ਦੌੜਦਾ ਜਾ ਰਿਹਾ।
ਤੇ ਇਹ ਅਸਲ ਦੇ ਵਿੱਚ ਇਹਦੇ 'ਚ ਹੁੰਦਾ ਕੀ ਹੈ, ਜੇ ਜਾਇਜ਼ ਤਰੀਕੇ ਨਾਲ ਪਹੁੰਚੇ ਤੇ ਵੱਖਰੀ ਗੱਲ ਹੈ, ਪਰ ਬੰਦਾ ਅਸਲ ਦੇ ਵਿੱਚ ਕੁੱਤੇ ਦਾ ਮਾਸ ਦਾ ਮਤਲਬ ਹੈ ਲੋਭੀ ਹੋ ਕੇ ਅਨੈਤਿਕ ਕੰਮ ਕਰ ਰਿਹਾ ਹੈ, ਦੂਜਿਆਂ ਦੇ ਹੱਕ ਦੇ ਉੱਤੇ ਛਾਪਾ ਮਾਰ ਰਿਹਾ ਹੈ। ਤੇ ਧਰਿਆ ਮਾਨਸ ਖੋਪੜੀ ਤੇ ਸੰਬੰਧੀ ਵਾਸ, ਇਹ ਸਾਰੀਆਂ ਵਾਸ਼ਨਾਵਾਂ ਜਿਹੜੀਆਂ ਨਾ ਬੰਦੇ ਦੀ ਖੋਪੜੀ ਦੇ ਵਿੱਚੋਂ, ਸੋਚ ਦੇ ਵਿੱਚੋਂ ਆ ਰਹੀਆਂ ਨੇ। ਅਸਲ ਦੇ ਵਿੱਚ ਉੱਥੇ ਇਹਨੇ ਟਿਕਾ ਕੇ ਰੱਖੀਆਂ ਹੋਈਆਂ ਸਦੀ ਵੀ ਆਪਣੇ ਨਿਸ਼ਾਨੇ ਜਿਹੜੇ ਮਿੱਥੇ ਹੋਏ ਨੇ। ਇਹ ਗੱਲ ਤੇ ਰਿਤੂ ਭਰਿਆ ਕੱਪੜਾ ਕਰ ਕੱਜਣ ਤਾਸ, ਅਸਲ ਦੇ ਵਿੱਚ ਬੰਦੇ ਨੇ ਜਿਹੜਾ ਲੋਭ ਰਤ ਦੇ ਨਾਲ ਜਿਹੜਾ ਭਰਿਆ ਹੋਇਆ ਕੱਪੜਾ ਹੈ, ਚਸਕਿਆਂ ਦੇ ਨਾਲ, ਖਾਣ ਦੇ, ਪੀਣ ਦੇ, ਪਹਿਨਣ ਦੇ ਚਸਕੇ ਤੇ ਹੋਰ ਲਗਜ਼ਰੀ ਲਾਈਫ ਦੇ ਚਸਕੇ, ਉਹਨਾਂ ਨਾਲ ਇਹਨੂੰ ਟਕਿਆ ਹੋਇਆ ਬੰਦਾ ਕਹਿੰਦਾ ਜੀ ਸਰੀਰ ਨੂੰ ਕੰਫਰਟ ਚਾਹੀਦਾ। ਤੇ ਢੱਕ ਲੈ ਚੱਲੀ ਚੂੜੀ ਕਰ ਭੋਗ ਵਿਲਾਸ, ਚੂੜੀ ਦਾ ਮਤਲਬ ਪਰ ਨਿੰਦਾ ਘਟ ਚੂੜੀ ਹੈ। ਅਸਲ ਦੇ ਵਿੱਚ ਦੂਜਿਆਂ ਦੀ ਨਿੰਦਾ ਦਿਨ ਰਾਤ ਬੰਦਾ ਕਰ ਰਿਹਾ ਹੈ, ਜ਼ਹਿਰੀਲਾ ਹੁੰਦਾ ਜਾ ਰਿਹਾ ਤੇ ਔਰ ਕਰਦਾ ਵੀ ਝੂਠ ਦੇ ਨਾਲ ਹੈ। ਭੋਗ ਵਿਲਾਸ ਦਾ ਮਤਲਬ ਢੱਕ ਲੈ ਚੱਲੀ ਚੂੜੀ, ਕੂੜ ਚੂੜਾ, ਚੂੜ ਅਸਲ ਦੇ ਵਿੱਚ ਕੂੜ ਦੇ ਨਾਲ ਮਿਲਾਪ ਹੈ ਨਿੰਦਾ ਦਾ ਜਿਹੜਾ। ਇਸ ਕਰਕੇ ਜਦੋਂ ਆਖ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ, ਨਦਰੀ ਪਵੈ ਅਕਿਰਤ ਕਣ ਮਤ ਹੋਏ ਵਿਨਾਸ਼। ਇਹੋ ਜਿਹਾ ਅਕਿਰਤ ਕਣ ਧਰਮ ਤੋਂ ਵਿਸ਼ਵਾਸ ਡੋਲਦਾ ਬੰਦਾ ਕਹਿੰਦਾ ਨਹੀਂ, ਧਰਮ ਦੀ ਹੁਣ ਲੋੜ ਨਹੀਂ ਰਹੀ, ਹੁਣ ਤੇ ਈਟ ਡਰਿੰਕ ਐਂਡ ਬੀ ਮੈਰੀ, ਖਾਓ ਪੀਓ ਤੇ ਐਸ਼ ਕਰੋ, ਇਹ ਜ਼ਿੰਦਗੀ ਬੜੀ ਵਧੀਆ ਮਿਲੀ ਹੈ, ਹੁਣ ਤਾਂ ਸਾਰਾ ਕੁਝ ਅਸਲ ਦੇ ਵਿੱਚ ਇੰਜੋਏ ਕਰਨ ਦਾ ਵੇਲਾ। ਇਹਦਾ ਮਤਲਬ ਇਹੋ ਜਿਹੇ ਬੰਦੇ ਦੇ ਥਾਟ ਪ੍ਰੋਸੈਸ ਦੇ ਨਾਲ ਜਿਹੜਾ ਵੀ ਬੰਦਾ ਇਨਫੈਕਟਡ ਹੋਏਗਾ ਉਹਦੀ ਵੀ ਮਤ ਵਿਨਾਸ਼ ਹੋ ਜਾਏਗੀ। ਨਦਰੀ ਪਵੈ ਅਕਿਰਤ ਕਣ, ਉਹਦੀ ਨਜ਼ਰ ਥੱਲੇ ਜੋ ਜੋ ਕੁਝ ਆਉਂਦਾ ਜਾਏਗਾ ਨਾ, ਜਿਹੜਾ ਜਿਹੜਾ ਉਹਦੇ ਪ੍ਰਭਾਵ ਨੂੰ ਕਬੂਲਦਾ ਜਾਏਗਾ, ਉਹ ਅਸਲ ਦੇ ਵਿੱਚ ਲੁੱਟਿਆ ਜਾਏਗਾ, ਮਾਰਿਆ ਜਾਏਗਾ ਅਧਿਆਤਮਿਕ ਲਾਈਫ ਦੇ ਵਿੱਚ। ਇਸ ਕਰਕੇ ਗੁਰੂ ਸਾਹਿਬ ਜੀ ਜ਼ਿਕਰ ਕਰ ਰਹੇ ਨੇ ਅੱਜ ਦੇ ਸ਼ਬਦ ਦੇ ਅੰਦਰ ਵੀ ਜਿਹੜੀ ਬੰਦਾ ਜਿਹੜੀ ਜ਼ਿੰਦਗੀ ਜਿਉਂਦਾ ਹੈ ਉਹਦੀ ਬਜਾਏ ਜੋ ਗੁਰੂ ਸਾਹਿਬ ਜੀ ਕਹਿ ਰਹੇ ਨੇ ਨਾ, ਇਸ ਸਿੱਖਿਆ ਨੂੰ ਆਪਣੇ ਜੀਵਨ ਦੇ ਲਈ ਜਿਹੜਾ ਭਲਾ ਮੰਨੋ। ਤੇ ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ ਨਾ, ਇੱਕ ਕਮਿਟਮੈਂਟ ਹੈ ਅਸਲ ਦੇ ਵਿੱਚ, ਇਹ ਸ਼ੁਰੂਆਤ ਹੀ ਹੈ, ਇਹ ਕਿਧਰੇ ਪਹੁੰਚਣਾ ਨਹੀਂ ਹੈ, ਪਰ ਇਸ ਤੋਂ ਬਿਨਾਂ ਸ਼ੁਰੂਆਤ ਨਹੀਂ ਹੋਣੀ ਅਸਲ ਦੇ ਵਿੱਚ। ਇਸ ਲਈ ਜਿਹੜਾ ਪਰੰਪਰਾਵਾਂ ਦੇ ਮੁਤਾਬਕ ਅਸੀਂ ਅੰਮ੍ਰਿਤ ਛਕਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਜੀਣਾ ਹੈ। ਤੇ ਜੇ ਜੀਣ ਦੇ ਲਈ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਜਿਹੜੀ ਗੁਰੂ ਸਾਹਿਬ ਜੀ ਦੀ ਸਿੱਖਿਆ ਹੈ ਇਹਨੂੰ ਭਲਾ ਮੰਨੋ। ਹਰ ਹਰ ਕਥਾ ਨਿਰਾਲੀ, ਇੱਕ ਜਿਹੜੀ ਰੱਬ ਦੀ ਕਹਾਣੀ ਨਾ ਉਹ ਬੜੀ ਨਿਰਾਲੀ ਹੈ। ਬੰਦੇ ਦੇ ਅੰਦਰ ਵੀ ਜਿਹੜੀ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਨਾ, ਕਥਾ ਪੁਨੀਤ ਨਾ ਚਾਲੀ, ਬੰਦੇ ਦੇ ਅੰਦਰ ਕਥਾ ਕਾਹਦੀ ਚੱਲਦੀ ਹੈ? ਬਾਬਾ ਬੋਲਤੇ ਤੇ ਕਹਾਂ ਗਏ, ਸੁਰਤ ਮਾਹੇ ਜੋ ਨਿਰਤਾ ਕਰਤੇ, ਕਥਾ ਵਾਰਤਾ ਕਹਤੇ ਹੋ ਜਿਹੜਾ ਸ਼ਬਦ ਦੇ ਵਿੱਚ ਬੰਦੇ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਕਥਾ ਚੱਲੀ ਹੋਈ ਹੈ। ਅਸਲ ਦੇ ਵਿੱਚ ਬੰਦਾ ਉਹ ਕਹਾਣੀ ਲਿਖ ਰਿਹਾ ਆਪਣੀ ਜੀਵਨ ਦੀ, ਤੇ ਜਿਹੜੀ ਰੱਬ ਦੀ ਕਹਾਣੀ ਉਹ ਬੜੀ ਅਨੋਖੀ ਹੈ। ਉਹ ਇਸ ਤਰ੍ਹਾਂ ਦਾ ਜੀਵਨ ਨਹੀਂ ਹੋਏਗਾ ਜਿਹੜਾ ਅਸੀਂ ਹੁਣ ਜੀ ਰਹੇ ਹਾਂ। ਉਹਦੇ ਵਿੱਚ ਮਨੁੱਖਤਾ ਦਾ ਭਲਾ ਹੋਏਗਾ, ਮਨੁੱਖਤਾ ਦੇ ਪ੍ਰਤੀ ਦਇਆ ਹੋਏਗੀ, ਸਾਰੀ ਦੁਨੀਆ ਦੇ ਨਾਲ ਇਕੁਐਲਿਟੀ ਵੀ, ਇੱਕ ਪਿਤਾ ਇੱਕ ਇਸਕੇ ਹਮ ਬਾਰਕ, ਜਿਹੜੀ ਰੱਬ ਦੀ ਕਹਾਣੀ ਹੈ ਨਾ। ਹੁਣ ਜਿਹੜੀ ਅਸੀਂ ਜ਼ਿੰਦਗੀ ਜੀ ਰਹੇ ਹਾਂ, ਹੁਣ ਅਸੀਂ ਜਾਤੀਵਾਦ ਦੇ ਹੰਕਾਰ ਦੇ ਵਿੱਚ ਜੀ ਰਹੇ ਹਾਂ, ਤੇ ਰੱਬ ਦੀ ਜਿਹੜੀ ਕਹਾਣੀ ਨਾ, ਅਕਥ ਕਹਾਣੀ ਜਿਹੜੀ ਰੱਬ ਦੀ ਹੈ, ਉਹਦੇ ਵਿੱਚ ਹੋਏਗਾ ਏਕ ਪਿਤਾ ਇੱਕ ਇਸਕੇ ਹਮ ਬਾਰਕ। ਕੋਈ ਜਾਤੀਵਾਦ ਦਾ ਹੰਕਾਰ ਨਹੀਂ ਹੋਏਗਾ, ਔਰਤ ਨੂੰ ਕੋਈ ਬੰਦਾ ਆਪਣੇ ਤੋਂ ਨੀਵਾਂ ਨਹੀਂ ਸਮਝੇਗਾ, ਕਿਸੇ ਵੀ ਨੈਸ਼ਨੈਲਿਟੀ ਦਾ, ਕਿਸੇ ਰੰਗ ਰੂਪ ਦਾ ਬੰਦਾ ਹੋਏਗਾ, ਉਹਦੇ ਵਿੱਚ ਵੀ ਰੱਬ ਦੀ ਜੋਤ ਵੇਖੀ ਜਾਏਗੀ ਤੇ ਉਹਦਾ ਡਿਗਨਿਟੀ, ਸਤਿਕਾਰ, ਰਿਸਪੈਕਟ ਜਿਹੜੀ ਉਹਦੀ ਬਰਕਰਾਰ ਰਹੇਗੀ। ਜਾਤੀ ਸੂਚਕ ਬੰਦਾ ਸ਼ਬਦ ਵਰਤ ਕੇ ਦੂਜੇ ਨੂੰ ਨੀਵਾਂ ਨਹੀਂ ਠਹਿਰਾਏਗਾ ਤੇ ਕਿਸੇ ਕਿਸਮ ਦੀ ਜੈਂਡਰ ਡਿਸਕ੍ਰਿਮੀਨੇਸ਼ਨ ਨਹੀਂ ਹੋਏਗੀ। ਇਹ ਹਿਊਮੈਨਿਟੀ ਦੇ ਵਿੱਚੋਂ ਰੱਬ ਵੇਖਣ ਦੀ ਗੱਲ। ਇਹ ਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ, ਰੱਬ ਦਾ ਰੂਪ ਦਿਸਣਗੇ। ਇਹ ਅਨੋਖੀ ਕਹਾਣੀ ਹੋਏਗੀ ਬੰਦੇ ਦੇ ਜੀਵਨ ਦੀ। ਤੇ ਹਜ਼ੂਰ ਕਹਿੰਦੇ ਨੇ ਫਿਰ ਜਿਹੜਾ ਹੁਣ ਬਿਜ਼ਨਸ ਹੈ ਇਹਦੇ ਵਿੱਚ ਬੰਦਾ ਹੇਰਾ ਫੇਰੀ ਕਰ ਸਕਦਾ, ਕਿਉਂਕਿ ਇਹ ਤੇ ਦੁਨੀਆ ਨਾਲ ਤੇ ਗੁਲਾਮੀ ਜਿਹੜੀ ਮਾਇਆ ਦੀ। ਪਰ ਉਹ ਜਿਹੜੀ ਅਨੋਖੀ ਕਹਾਣੀ ਹੋਏਗੀ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਅਸਲ ਦੇ ਵਿੱਚ ਕਿਸੇ ਦੀ ਇੱਕ ਪੈਨੀ ਵੀ ਬੰਦਾ ਲੈਣ ਲੱਗਿਆ ਨਾ, ਯੂਜ਼ ਕਰਨ ਲੱਗਿਆ, ਆਪਣੇ ਆਪ ਨੂੰ ਉਹਦੇ ਲਾਹਨਤ ਪਏਗੀ ਅੰਦਰੋਂ ਵੀ ਨਹੀਂ, ਅਸਲ ਦੇ ਵਿੱਚ ਮੈਂ ਕਿਸੇ ਦਾ ਹੱਕ ਨਹੀਂ ਮਾਰਨਾ।
ਇਸ ਕਰਕੇ ਜਿਹੜੀ ਕਹਾਣੀ ਹੈ ਨਾ ਰੱਬ ਦੀ ਭਗਤੀ ਦੀ, ਉਹ ਜੀਵਨ ਜਿਉ ਕੇ ਲਿਖੀ ਜਾਂਦੀ ਹੈ। ਔਰ ਜਿਨ੍ਹਾਂ ਨੇ ਲਿਖੀ ਹੈ 10 ਗੁਰੂ ਸਾਹਿਬਾਨ ਨੇ ਉਹ ਕਹਾਣੀ ਕਹੀ ਹੈ, ਭਗਤ ਸਾਹਿਬਾਨ ਨੇ ਕਹੀ ਹੈ, ਉਹ ਸਾਡੇ ਵਰਗੇ ਨਹੀਂ ਸੀ। ਉਹ ਜਗ ਮੈਂ ਉੱਤਮ ਕਾਢੀਆਂ ਵਿਰਲੇ ਕਈ ਕੇ, ਉਹ ਵਿਰਲੇ ਕਈ ਕੇ ਸੀ। ਕੋਟ ਮੱਧੇ ਕੋ ਵਿਰਲਾ ਸੇਵਕ, ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਸੇਵਕ ਬਣ ਪਾਉਂਦਾ, ਹਰ ਕੋਈ ਤਾਂ ਬਣ ਵੀ ਨਹੀਂ ਪਾਉਂਦਾ। ਇਸ ਕਰਕੇ ਅੱਜ ਦੇ ਸ਼ਬਦ ਦੇ ਅੰਦਰ ਹਜ਼ੂਰ ਨੇ ਜ਼ਿਕਰ ਕੀਤਾ ਹੈ ਕਿ ਜੋ ਗੁਰੂ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਤੁਹਾਡੀ ਲਾਈਫ ਬੜੀ ਅਨੋਖੀ ਹੋਏਗੀ, ਉਹ ਮਨੁੱਖਤਾ ਦੇ ਪ੍ਰੇਮ ਦੇ ਵਿੱਚ ਭਿੱਜੀ ਹੋਏਗੀ। ਫਿਰ ਇੱਕ ਹੋਰ ਗੱਲ ਕੀਤੀ, ਹਮ ਅੰਧਲੇ ਅੰਧ ਕਿਉਂ ਨਹੀਂ ਚੱਲਦੇ? ਸਾਡੀ ਸੋਚ ਵਿਜ਼ਨਰੀ ਨਹੀਂ ਹੈ। ਅਸੀਂ ਜਿਹੜੀਆਂ ਚੀਜ਼ਾਂ ਨੂੰ ਵੇਖ ਰਹੇ ਹਾਂ ਉਹ ਇਸ ਤਰ੍ਹਾਂ ਨਹੀਂ ਹਨ। ਉਹ ਸਾਡੀ ਬਲਾਈਂਡਨੈਸ ਦੇ ਵਿੱਚੋਂ ਝੋਲਾ ਪੈ ਰਿਹਾ ਹੈ ਮਾਇਆ ਦਾ। ਅਸਲ ਦੇ ਵਿੱਚ ਰਿਐਲਿਟੀ ਨੂੰ ਸਮਝਣ ਤੋਂ ਅਸਮਰਥ ਹਾਂ। ਇੰਨੇ ਅਸਮਰਥ ਹਾਂ, ਬੰਦਾ ਇੰਨਾ ਜਿਹੜਾ ਅੰਨਾ ਹੈ ਕਿ ਕਈ ਵਾਰੀ ਉਹਨੂੰ ਪਤਾ ਨਹੀਂ ਲੱਗਦਾ ਵੀ ਕੀ ਖਾਣਾ ਤੇ ਕੀ ਨਹੀਂ ਖਾਣਾ। ਹਾਲਾਂਕਿ ਆਪਣੀ ਸਿਹਤ ਲਈ ਨੁਕਸਾਨ ਹੁੰਦਾ। ਤੁਸੀਂ ਵੇਖੋ ਗੱਡੀਆਂ ਤੁਸੀਂ ਡਰਾਈਵ ਕਰਦੇ ਹੋ, ਕਦੇ ਵੀ ਇੰਡੀਆ ਦੇ ਵਿੱਚ ਆਪਾਂ ਆਮ ਕਹਿ ਲਈਏ ਨਾ ਵੀ ਗੱਡੀ ਦੇ ਵਿੱਚ ਜਿਹੜਾ ਪੈਟਰੋਲ ਦੀ ਥਾਂ ਤੇ ਅਸੀਂ ਮਿੱਟੀ ਦਾ ਤੇਲ ਨਹੀਂ ਪਾਉਂਦੇ। ਹਾਲਾਂਕਿ ਗੱਡੀ ਤੇ 2-4 ਲੱਖ ਦੀ ਹੁੰਦੀ, ਦੁਬਾਰਾ ਵੀ ਆ ਸਕਦੀ। ਤੇ ਪਰ ਬੰਦਾ ਆਪਣੀ ਬਾਡੀ ਦੀ ਮਸ਼ੀਨ ਦੇ ਵਿੱਚ ਨਸ਼ੇ ਪਾ ਰਿਹਾ, ਕਈ ਕਿਸਮ ਦੇ ਪਾ ਰਿਹਾ ਹੈ। ਜਦ ਕਿ ਇੱਕ ਵਾਰੀ ਮਨੁੱਖਾ ਜੀਵਨ ਗਿਆ ਨਾ, ਇਤਨਾ ਕੁ ਲਾਗਾ ਠਣਕਾ ਓਵਰਡੋਜ਼ ਹੋਈ, ਬੰਦੇ ਨੇ ਚੜ੍ਹਾਈ ਕਰ ਜਾਣਾ। ਔਰ ਬਹੁਤ ਨੌਜਵਾਨ ਜਿਹੜੇ ਚੜ੍ਹਾਈ ਕਰ ਰਹੇ ਨੇ। ਔਰ ਕੇਵਲ ਬੰਦਾ ਜਿਹੜਾ ਅੰਨਾ ਨਹੀਂ, ਦੁਨੀਆ ਦੇ ਅੰਦਰ ਸਿਸਟਮ ਹੀ ਆਉਂਦਾ ਪੋਲੀਟੀਕਲੀ, ਕਿਉਂਕਿ ਸਭ ਤੋਂ ਜ਼ਿਆਦਾ ਰੈਵਨਿਊ ਆਉਂਦਾ ਨਾ ਖਾਸ ਕਰਕੇ ਸਾਰੀਆਂ ਸਰਕਾਰਾਂ ਨੂੰ ਸ਼ਰਾਬ ਆਦਿਕ ਨਸ਼ਿਆਂ ਤੋਂ ਹੁੰਦਾ। ਆ ਪਿੱਛੇ ਜੇ ਮੈਂ ਇੱਕ ਐਗਜ਼ਾਮਪਲ ਦੇਣ ਲੱਗਾ, ਅਸਲ ਦੇ ਵਿੱਚ ਗੁਰੂ ਸਾਹਿਬ ਜੀ ਨੇ ਜਿਹੜੀ ਗੱਲ ਕਹੀ ਨਾ, ਗੁਰੂ ਸਾਹਿਬ ਤੇ ਅੱਜ ਸਾਨੂੰ ਮਿੱਤਰ ਬਣਾ ਕੇ ਸਮਝਾ ਰਹੇ ਨੇ। ਤੇ ਜਦ ਕਿ ਇਹ ਜਗ ਮੀਤ ਨਾ ਦੇਖਿਓ ਕੋਈ, ਮਿੱਤਰ ਹੋਰ ਕੋਈ ਹੈ ਨਹੀਂ। ਆ ਪਿੱਛੇ ਜੇ ਨਾ ਜਾਪਾਨ ਦੀ ਗਵਰਨਮੈਂਟ ਨੇ, ਮੈਂ ਉਹਨਾਂ ਨੂੰ ਕ੍ਰਿਟੀਸਾਈਜ਼ ਨਹੀਂ ਕਰ ਰਿਹਾ, ਕੇਵਲ ਐਗਜ਼ਾਮਪਲ ਦੇ ਰਿਹਾ, ਆਪਣੇ ਨੌਜਵਾਨਾਂ ਨੂੰ ਕਿਹਾ ਵੀ ਤੁਹਾਨੂੰ ਵੱਧ ਤੋਂ ਵੱਧ ਸ਼ਰਾਬ ਪੀਣੀ ਚਾਹੀਦੀ, ਤੁਸੀਂ ਬੜੇ ਘੱਟ ਪੀਂਦੇ ਹੋ। ਉਹਦਾ ਕਾਰਨ ਹੈ ਵੀ ਚਾਈਨਾ ਥ੍ਰੈਟ ਕਰ ਰਿਹਾ ਤੇ ਉਹਦੇ ਲਈ ਅਸੀਂ ਨਿਊਕਲੀਅਰ ਜੇ ਬੰਬ ਬਣਾਉਣੇ ਨੇ ਤੇ ਫਿਰ ਸਾਨੂੰ ਲੋੜ ਹੈ ਅਸਲ ਦੇ ਵਿੱਚ ਰੈਵਨਿਊ ਜ਼ਿਆਦਾ ਦੀ, ਤੇ ਰੈਵਨਿਊ ਘੱਟ, ਤੇ ਇਸ ਕਰਕੇ ਤੁਹਾਨੂੰ ਸ਼ਰਾਬ ਜਿਹੜੀ ਪੀਣੀ ਚਾਹੀਦੀ ਹੈ। ਤੇ ਭਾਈ ਗੁਰਦਾਸ ਜੀ ਨੇ ਇੱਕ ਐਗਜ਼ਾਮਪਲ ਦਿੱਤੀ ਹੈ। ਉਹ ਕਹਿੰਦੇ ਨੇ ਜੈਸੇ ਚੰਦਨ ਕੀ ਬਾਰ ਦੀਜੀਅਤ ਬਬੂਲ ਧਰਮ, ਕੰਚਨ ਸੰਪਟ ਮਦ ਕਾਂਚ ਕੋ ਰਾਖੀਏ। ਵੀ ਜਿਵੇਂ ਚੰਦਨ ਦਾ ਦਰਖਤ ਹੈ ਨਾ, ਆਮ ਕਰਕੇ ਉਹਨੂੰ ਬਚਾਉਣ ਲਈ ਤੇ ਕਿੱਕਰਾਂ ਦੀ ਵਾੜ ਦਿੱਤੀ ਜਾ ਸਕਦੀ ਹੈ ਵੀ ਚਲੋ ਕਿੱਕਰਾਂ ਦੇ ਕਰਕੇ ਚੰਦਨ ਨੂੰ ਕੋਈ ਚੋਰੀ ਕਰਕੇ ਨਹੀਂ ਲਿਜਾਏਗਾ, ਜਿਹੜੀ ਰਾਖੀ ਹੋ ਜਾਏਗੀ। ਪਰ ਅਸਲ ਦੇ ਵਿੱਚ ਬੀਜੇ ਹੋਣ ਕੰਡੇ ਕਿੱਕਰ ਤੇ ਵਾੜ ਲਾ ਦਿੱਤੀ ਜਾਏ ਕੀਮਤੀ ਚੰਦਨ ਦੀ, ਇਹ ਕੋਈ ਸਿਆਣਪ ਨਹੀਂ ਹੈ। ਮਨੁੱਖਾ ਜ਼ਿੰਦਗੀ ਨੂੰ ਸੇਵ ਕਰਨਾ ਹੈ ਤੇ ਜਦੋਂ ਕਿਧਰੇ ਨਸ਼ਿਆਂ ਦੇ ਵਿੱਚ ਉਲਝਾ ਕੇ ਉਹਨੂੰ ਹੀ ਬਰਬਾਦ ਕਰ ਦਿੱਤਾ ਜਾਏਗਾ ਤੇ ਅਸਲ ਦੇ ਵਿੱਚ ਇਹ ਕੋਈ ਸਿਆਣਪ ਨਹੀਂ, ਕੇਵਲ ਰੈਵਨਿਊ ਦੇ ਲਈ। ਇਸ ਕਰਕੇ ਗੁਰੂ ਸਾਹਿਬ ਜੀ ਅੱਜ ਦੇ ਸ਼ਬਦ ਦੇ ਅੰਦਰ ਜਦੋਂ ਕਹਿੰਦੇ ਨਾ ਹਮ ਅੰਧਲੇ, ਤੇ ਆਪਣੇ ਆਪ ਨੂੰ ਗੁਰੂ ਸਾਹਿਬ ਜਗਿਆਸੂ ਰੂਪ ਦੇ ਵਿੱਚ ਪੇਸ਼ ਕਰਕੇ ਕਹਿਣ ਦਾ ਮਤਲਬ, ਕਈ ਵਾਰੀ ਸਾਡਾ ਸਿਸਟਮ ਵੀ ਇਸ ਤਰ੍ਹਾਂ ਦਾ ਹੁੰਦਾ ਹੈ, ਆਲਾ ਦੁਆਲਾ ਵਿਜ਼ਨਰੀ ਨਹੀਂ ਹੁੰਦਾ। ਕਹਿਣ ਦਾ ਮਤਲਬ ਆਲਾ ਦੁਆਲਾ ਵੀ ਇੰਨਾ ਹੁੰਦਾ ਹੈ ਜਿਹੜਾ ਸਾਨੂੰ ਠੋਕਰਾਂ ਪਵਾਉਣ ਦੇ ਵਿੱਚ ਜਾਂ ਖੂਹ ਦੇ ਵਿੱਚ ਸੁੱਟਣ ਦੇ ਲਈ ਵਿੱਚ ਵੀ ਜਿਹੜਾ ਚਾਹ ਰਿਹਾ ਹੁੰਦਾ। ਇਸ ਕਰਕੇ ਗੁਰੂ ਸਾਹਿਬ ਜੀ ਅੱਜ ਦੇ ਸ਼ਬਦ ਦੇ ਅੰਦਰ ਜ਼ਿਕਰ ਕਰ ਰਹੇ ਨੇ, ਹਮ ਅੰਧਲੇ ਅੰਧ ਵਿਖੈ ਬਿਖਰਾਤੇ। ਅਸੀਂ ਤੇ ਬਹੁਤ ਜ਼ਿਆਦਾ ਜ਼ਰੀਲੇ ਹਾਂ। ਸਾਡੀ ਤਾਂ ਹੁਣ ਵੇਖੋ ਫੈਮਲੀਆਂ ਵੀ ਟੁੱਟ ਰਹੀਆਂ, ਬੰਦੇ ਦੀ ਬੰਦੇ ਨਾਲ ਨਹੀਂ ਬਣਦੀ, ਬੰਦਾ ਬੰਦੇ ਨਾਲ ਨਫ਼ਰਤ ਕਰ ਰਿਹਾ, ਰੱਬ ਨੂੰ ਮਿਲਣਾ ਚਾਹ ਰਿਹਾ। ਅਸਲ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਬੰਦੇ ਦੇ ਅੰਦਰ ਹੀ ਰੱਬ ਹੈ, ਪਹਿਲਾਂ ਇਹ ਵੇਖਣ ਦਾ ਯਤਨ ਕਰ। ਤੇ ਹਜ਼ੂਰ ਅੱਜ ਦੇ ਸ਼ਬਦ ਦੇ ਅੰਦਰ ਜ਼ਿਕਰ ਕਰ ਰਹੇ ਨੇ, ਕਿਉਂ ਚਾਲਾਂ ਹੈ ਗੁਰੂ ਚਾਲੀ। ਜਦੋਂ ਸਾਡੀ ਸੋਚ ਇੰਨੀ ਬਲੌਕ ਹੋ ਜਾਏ, ਅਸੀਂ ਦੂਰ ਅੰਦੇਸ਼ ਨਾ ਰਹੀਏ, ਫੋਰਸਾਈਟ ਕਲੀਅਰ ਵੋਇਸ ਨਾ ਹੋਵੇ, ਸਾਡੀ ਦੂਰ ਦੇ ਲੰਮੀ ਨਜ਼ਰ ਨਿਹਾਲੀ ਹੈ ਉਹ ਬਿਰਤੀ ਨਾ ਹੋਵੇ, ਤੇ ਉਹ ਕਿਵੇਂ ਫਿਰ ਗੁਰੂ ਦੇ ਰਾਹ ਦੇ ਉੱਤੇ ਚੱਲ ਸਕਦਾ। ਹਜ਼ੂਰ ਕਹਿੰਦੇ ਨੇ ਇਹ ਤਾਂ ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਸੁੱਖਾਂ ਦਾ ਦਾਤਾ ਸਤਿਗੁਰੂ ਸਾਡੇ ਤੇ ਮਿਹਰ ਕਰੇ ਤੇ ਸਾਨੂੰ ਆਪਣੇ ਚਰਨਾਂ ਦੇ ਨਾਲ ਲਾ ਲੈ, ਆਪਣੇ ਪੱਲੇ ਦੇ ਨਾਲ ਫੜਾ ਕੇ। ਅਸਲ ਦੇ ਵਿੱਚ
ਫਿਰ ਮੈਂ ਉਸ ਰਾਹ ਦੇ ਉੱਤੇ ਤੁਰਾਂ। ਤੇ ਹਜ਼ੂਰ ਨੇ ਜ਼ਿਕਰ ਕੀਤਾ ਵੀ ਉਹ ਕਿਵੇਂ ਜੁੜਨਾ ਹੈ, ਸਾਨੂੰ ਪ੍ਰੇਰਨਾ ਕੀਤੀ। ਹਰ ਕੇ ਸੰਤ ਸੁਨੋ ਜਨ ਭਾਈ, ਗੁਰ ਸੇਵਿਓ ਬੇਗ ਬੇਗਾਲੀ। ਵੀ ਰੱਬ ਦੇ ਸੰਤ ਜਨੋ, ਇਹ ਗੱਲ ਸੁਣੋ ਭਰਾਵੋ, ਜਿਹੜਾ ਗੁਰੂ ਹੈ ਉਹਦੀ ਸੇਵਾ ਦੇ ਵਿੱਚ ਜਲਦੀ ਤੋਂ ਜਲਦੀ ਉਤਰ ਜਾ। ਕਿਉਂਕਿ ਜਿੰਨੀ ਦੇਰ ਹੋਏਗੀ ਵਿਕਾਰਾਂ ਦਾ ਮਨ ਐਡਿਕਟਡ ਹੋ ਜਾਏਗਾ, ਸਮਾਜ ਦੀ ਸ਼ੋਇੰਗ ਆਫ ਦੇ ਵਿੱਚ ਫਸੇਗਾ, ਲੋਕਾਂ ਦੀਆਂ ਜਿਹੜੀਆਂ ਪਾਈਆਂ ਹੋਈਆਂ ਬੁਰੀਆਂ ਆਦਤਾਂ ਸਾਨੂੰ ਵਿਗਾੜ ਦੇਣਗੀਆਂ, ਓਨਾ ਔਖਾ ਹੁੰਦਾ ਜਾਏਗਾ ਗੁਰੂ ਦੇ ਰਾਹ ਤੇ ਤੁਰਨਾ। ਇਸ ਕਰਕੇ ਜਲਦੀ ਤੋਂ ਜਲਦੀ ਹਜ਼ੂਰ ਕਹਿੰਦੇ ਨੇ, ਬੇਗ ਦਾ ਮਤਲਬ ਭੱਜ ਕੇ ਗੁਰੂ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆ ਜਾਓ। ਸਤਿਗੁਰ ਸੇਵ ਖਰਚ ਹਰ ਬੰਧੋ। ਸਤਿਗੁਰੂ ਦੀ ਸੇਵਾ ਕਰਕੇ ਇਹ ਖਰਚ ਹੈ। ਖਰਚ ਕਿਵੇਂ ਹੈ? ਵੇਖੋ, ਰੋਜ਼ ਬਾਣੀ ਪੜ੍ਹਨ ਦੀ ਆਦਤ ਤੇ ਬਾਣੀ ਦੇ ਮੁਤਾਬਕ ਜੀਣ ਦੀ ਆਦਤ, ਇਹ ਪਾਣੀ ਪੈਂਦੀ, ਇਹ ਬੜਾ ਸਲੋ ਪ੍ਰੋਸੈਸ ਹੈ। ਇੱਕ ਦਿਨ ਦੇ ਵਿੱਚ ਪ੍ਰਾਪਤੀ ਨਹੀਂ ਹੁੰਦੀ। ਕਬੀਰ ਕੇਸ਼ੋ ਕੇਸ਼ੋ ਕੂਖੀਆ ਨਾ ਸੋਈਆ ਆਸਾਰ, ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣਾ ਪੁਕਾਰ। ਧਰਮ ਚੇਂਜ ਤੇ ਬੰਦਾ ਇੱਕਦਮ ਹੋ ਸਕਦਾ ਕਈ ਵਾਰੀ, ਜਿਵੇਂ ਭੂਮੀਆ ਚੋਰ ਚੇਂਜ ਹੋ ਗਿਆ, ਜਾਂ ਸੱਜਣ ਵਰਗੇ ਠੱਗ, ਕੋਡੇ ਵਰਗੇ ਭੀਲ। ਪਰ ਜਿਹੜਾ ਲਰਨਿੰਗ ਹੈ, ਪ੍ਰੋਸੈਸ ਹੈ ਨਾ, ਇਸ ਕਰਕੇ ਸਿੱਖ ਕਿਹਾ ਵੀ ਸਾਰੀ ਜ਼ਿੰਦਗੀ ਉਹਨੇ ਸਿੱਖਦੇ ਰਹਿਣਾ। ਤੇ ਇਸ ਕਰਕੇ ਕਦੇ ਨਹੀਂ ਉਹ ਦਿਨ ਆਉਣਾ ਜਿੱਦਣ ਬੰਦਾ ਕਹੇ ਵੀ ਅੱਜ ਤੋਂ ਬਾਅਦ ਮੈਨੂੰ ਸਿੱਖਣ ਦੀ ਕੁਝ ਲੋੜ ਨਹੀਂ। ਇੱਥੋਂ ਤੱਕ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਵੀ ਘਟਨਾ ਵਿਦਵਾਨ ਸੁਣਾਉਂਦੇ ਨੇ ਕਿ ਇੱਕ ਦਿਨ ਭਾਈ ਮਰਦਾਨਾ ਜੀ ਨੇ ਸਵਾਲ ਕੀਤਾ ਸੀ ਕਿ ਹਜ਼ੂਰ, ਆਮ ਲੋਕ ਤਾਂ ਰੱਬ ਦਾ ਚਿੰਤਨ ਕਰਦੇ ਨੇ, ਇਬਾਦਤ ਕਰਦੇ ਨੇ ਰੱਬ ਨੂੰ ਮਿਲਣ ਲਈ, ਤੁਸੀਂ ਤਾਂ ਪਹਿਲਾਂ ਹੀ ਮਿਲੇ ਹੋਏ ਹੋ, ਤੁਹਾਡੀ ਤਾਂ ਯਾਤਰਾ ਪੂਰੀ ਹੋ ਚੁੱਕੀ ਹੈ, ਤੁਸੀਂ ਤੇ ਸਿਖਰ ਤੇ ਹੋ ਧਰਮ ਦੇ, ਫਿਰ ਤੁਹਾਨੂੰ ਅਸਲ ਦੇ ਵਿੱਚ ਰੋਜ਼ਾਨਾ ਚਿੰਤਨ ਕਰਨ ਦੀ ਕੀ ਲੋੜ ਪੈਂਦੀ ਰੱਬ ਦਾ ਚਿੰਤਨ? ਤੇ ਉਹਨਾਂ ਦਾ ਜਵਾਬ ਸੀ, ਭਾਈ ਮਰਦਾਨਾ ਜੀ, ਰੱਬ ਇੰਨਾ ਵੱਡਾ ਗੁਣਾ ਦਾ ਸਮੁੰਦਰ ਹੈ, ਉਹਦਾ ਕਦੇ ਐਂਡ ਨਹੀਂ ਆਣਾ, ਕਦੇ ਨਹੀਂ ਕਿਸੇ ਨੇ, ਕੋਈ ਨਾ ਜਾਣਨਾ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੇਖੋ ਜੀ ਹੁਣ ਮੈਂ ਰੱਬ ਬਾਰੇ ਸਾਰਾ ਕੁਝ ਜਾਣ ਲਿਆ, ਬਿਲਕੁਲ ਖੰਗਾਲ ਕੇ ਵੇਖ ਲਿਆ, ਅੱਜ ਤੋਂ ਬਾਅਦ ਮੈਨੂੰ ਕੋਈ ਲੋੜ ਨਹੀਂ ਰਹੀ ਇਸ ਰਾਹ ਦੇ ਉੱਤੇ ਤੁਰਨ ਦੀ। ਇੱਥੋਂ ਤੱਕ ਵੀ ਕਈ ਵਾਰੀ ਅਰਜ਼ ਕੀਤੀ ਹੈ, ਸਾਰੀ ਦੁਨੀਆ ਦੇ ਅੰਦਰ ਕੁਦਰਤ ਵੀ ਇੰਨੀ ਕੰਪਲਿਕੇਟਿਡ ਤੇ ਇਨਫਿਨਾਈਟ ਹੈ ਵੀ ਹਰ ਟੌਪਿਕ ਦੀ, ਭਾਵੇਂ ਕੋਈ ਸਾਇੰਟਿਸਟ ਹੈ, ਕੋਈ ਫਿਲਾਸਫਰ ਹੈ, ਕੋਈ ਲਾਅ ਮੇਕਰ ਹੈ, ਕੋਈ ਸੋਸ਼ਲ ਐਕਟਿਵਿਸਟ ਹੈ, ਉਹ ਆਪਣੇ ਫੀਲਡ 'ਚ ਜ਼ਿੰਦਗੀ ਗੁਜ਼ਾਰਨ ਤੋਂ ਬਾਅਦ ਕਹਿੰਦਾ ਮੈਂ ਇਸ ਫੀਲਡ ਦਾ ਵਿਦਿਆਰਥੀ ਹਾਂ, ਅਜੇ ਇਸ ਫੀਲਡ ਦੇ ਵਿੱਚ ਤੇ ਐਂਡ ਹੀ ਨਹੀਂ ਇਹਦਾ। ਤੇ ਜਿਹੜਾ ਨੌਲੇਜ ਦੀ ਬੇਅੰਤ ਹੈ, ਤੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੀ ਜਦੋਂ ਗੱਲ ਕਰਨੇ ਆ, ਉਹਦਾ ਵੀ ਕੋਈ ਅੰਤ ਨਹੀਂ ਆਉਂਦਾ। ਇਸ ਕਰਕੇ ਲਗਾਤਾਰ ਇੱਕ ਵਾਰੀ ਜੁੜਨ ਤੋਂ ਬਾਅਦ ਜੁੜੇ ਰਹਿਣਾ ਹੁੰਦਾ ਹੈ। ਇਸ ਲਈ ਗੁਰੂ ਸਾਹਿਬ ਜੀ ਜਦੋਂ ਕਹਿੰਦੇ ਨੇ ਖਰਚ ਹਰ ਬੰਧੋ, ਇਹਦਾ ਮਤਲਬ ਉਹ ਆਦਤਾਂ, ਆਪਣਾ ਬਿਹੇਵ, ਕਿਉਂਕਿ ਪਹਿਲਾਂ ਜਦੋਂ ਬੱਚਾ ਪੈਦਾ ਹੁੰਦਾ ਨਾ, ਉਹਦਾ ਕੇਵਲ ਫੀਲਿੰਗ ਹੁੰਦੀ ਹੈ, ਉਹਦੇ ਥਾਟ ਨਹੀਂ ਹੁੰਦੇ। ਸਾਨੂੰ ਵਰਡਸ ਮਿਲਦੇ ਨੇ, ਥਾਟ ਬਣਦੇ ਨੇ, ਥਾਟ ਦੇ ਮੁਤਾਬਕ ਅਸੀਂ ਐਕਸ਼ਨਸ ਕਰਦੇ ਹਾਂ, ਐਕਸ਼ਨਸ ਦੇ ਮੁਤਾਬਕ ਸਾਡੀਆਂ ਲਗਾਤਾਰ ਕਰਨ ਨਾਲ ਬਿਹੇਵੀਅਰ ਬਣਦਾ ਹੈ, ਤੇ ਜਿਵੇਂ ਦਾ ਬਿਹੇਵੀਅਰ ਹੋਵੇ ਲੰਮਾ ਲੌਂਗ ਟਾਈਮ, ਉਹ ਸਾਡੀ ਪਰਸਨੈਲਿਟੀ ਬਣਦਾ ਹੈ। ਫਿਰ ਇਸ ਕਰਕੇ ਇਸ ਪ੍ਰੋਸੈਸ ਦੇ ਵਿੱਚੋਂ ਗੁਜ਼ਰਨਾ ਅਸੀਂ। ਗੁਰੂ ਸਾਹਿਬ ਜੀ ਦੇ ਥਾਟ ਉਹਦੇ ਮੁਤਾਬਕ ਲਗਾਤਾਰ ਐਕਸ਼ਨ ਕਰਨੇ ਨੇ, ਅਸੀਂ ਆਦਤਾਂ ਗੁਰਸਿੱਖਾਂ ਵਾਲੀਆਂ ਬਣਾਉਣੀਆਂ ਨੇ। ਤੇ ਇੱਕ ਦਿਨ ਚੱਲ ਕੇ ਕਛੂ ਨਾ ਥੋੜਾ ਹਰ ਭਗਤਨ ਕੋ, ਉੱਥੇ ਭੁੱਲਣ ਦੀ ਕੋਈ ਗੁੰਜਾਇਸ਼ ਨਾ ਰਹੇ ਜ਼ਿੰਦਗੀ ਦੇ ਵਿੱਚ। ਤੇ ਉਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਖਰਚ ਹੈ ਆਤਮਾ ਦਾ, ਜਿਹੜਾ ਕਮਾਈ ਹੋਈ ਦੌਲਤ ਹੈ। ਅਸਲ ਦੇ ਵਿੱਚ ਬੰਦੇ ਦਾ ਸੁਭਾਅ, ਕਿਸੇ ਦੇ ਕੋਲ ਰੱਬ ਦੇ ਨਾਮ ਦੀ ਦੌਲਤ ਨਾ, ਉਹਦੇ ਨਾਲ ਗੱਲ ਕਰਕੇ ਵੇਖੋ ਕਿੰਨਾ ਮਿੱਠਾ ਬੋਲਦਾ, ਦੂਜਿਆਂ ਨੂੰ, ਹਿਊਮੈਨਿਟੀ ਨੂੰ ਪਿਆਰ ਕਿੰਨਾ ਕਰਦਾ ਹੈ, ਉਹਦੇ ਵਿੱਚ ਜਾਤੀਵਾਦ ਜਾਂ ਊਚ ਨੀਚ ਦੀ ਭਾਵਨਾ ਤੇ ਨਹੀਂ ਕੰਮ ਕਰ ਰਹੀ, ਉਹ ਮਨੁੱਖਤਾ ਦੇ ਪ੍ਰਤੀ ਨਫ਼ਰਤ ਤੇ ਨਹੀਂ ਕਰਦਾ, ਉਹਦੇ ਅੰਦਰ ਪੇਸ਼ੈਂਸ ਕਿੰਨੀ ਹੈ, ਟੋਲਰੈਂਸ ਕਿੰਨੀ, ਦੂਜਿਆਂ ਨੂੰ ਕਿੰਨਾ ਉਹ ਬਰਦਾਸ਼ਤ ਕਰਦਾ। ਇਹਨਾਂ ਗੁਣਾਂ ਤੋਂ ਉਹਦਾ ਪਤਾ ਲੱਗੇਗਾ ਵੀ ਉਹ ਰੱਬ ਦੇ ਨੇੜੇ ਹੈ। ਜਿਨ ਗੁਣ ਤਿੰਨ, ਗੁਰੂ ਸਾਹਿਬ ਜੀ ਕਹਿੰਦੇ ਨੇ ਜਿਨ ਗੁਣ ਤਿੰਨ ਸਦ ਮਨ ਵਸਾ, ਔਗਣਵੰਤਿਆਂ ਦੂਰ, ਔਗਣਾਂ ਤੋਂ ਵਾਲਿਆਂ ਤੋਂ ਰੱਬ ਦੂਰ ਰਹਿੰਦਾ ਹੈ। ਇਸ ਕਰਕੇ ਇਹ ਖਰਚ ਹੈ। ਮਤ ਜਾਣੋ ਆਜ ਕੇ ਕਾਲੀ, ਮਤਾ ਇਹ ਸਮਝੋ ਵੀ ਨਹੀਂ ਅੱਜ ਨਹੀਂ ਕੱਲ ਕਰਾਂਗੇ, ਕੱਲ ਕਰਾਂਗੇ, ਤੇ ਜਿਹੜੀਆਂ ਅੱਜ ਆਦਤਾਂ ਦੀ ਪ੍ਰੈਕਟਿਸ ਕਰਾਂਗੇ ਉਹ ਛੱਡਣੀਆਂ ਔਖੀਆਂ ਹੋ ਜਾਣਗੀਆਂ। ਇਸ ਕਰਕੇ ਹਜ਼ੂਰ ਕਹਿੰਦੇ ਨੇ ਹਰ ਕੇ ਸੰਤ ਜਪੋ ਹਰ ਜਪਣਾ,
ਹਰ ਸੰਤ ਚਲੈ ਹਰ ਨਾਲੀ, ਕਿ ਰੱਬ ਦੇ ਰਾਹ ਦੇ ਉੱਤੇ ਤੁਰੇ ਸੰਤ ਜਨੋ ਰੱਬ ਨੂੰ ਜਪਿਆ ਕਰੋ। ਹਜ਼ੂਰ ਕਹਿੰਦੇ ਨੇ ਕਿਉਂ ਜਪਿਆ ਕਰੋ? ਕਿਉਂਕਿ ਜਿਹੜਾ ਰੱਬ ਦਾ ਸੰਤ ਹੈ ਉਹ ਰੱਬ ਦੇ ਨਾਲ ਚੱਲਦਾ ਹੈ, ਰੱਬ ਦੀ ਵਿਚਾਰਧਾਰਾ ਨੂੰ ਅਪਣਾ ਕੇ ਚੱਲਦਾ ਹੈ। ਜਿਨ ਹਰ ਜਪਿਆ, ਜਿਨ੍ਹਾਂ ਨੇ ਰੱਬ ਨੂੰ ਜਪਿਆ ਹੈ, ਸਹੀ ਮਾਇਨਿਆਂ ਦੇ ਵਿੱਚ ਰੱਬ ਦੀ ਭਗਤੀ ਦੇ ਵਿੱਚ ਉਤਰੇ ਨੇ, ਸੇ ਹਰ ਹੋਏ, ਉਹ ਰੱਬ ਦਾ ਰੂਪ ਹੀ ਹੋ ਗਏ ਨੇ। ਹਰ ਕਾ ਸੇਵਕ ਹਰ ਹੀ ਜਿਹਾ, ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਿਛ ਨਾਹੀ। ਹਜ਼ੂਰ ਕਹਿੰਦੇ ਨੇ ਹਰ ਮਿਲਿਆ ਕੇਲ ਕਲਾਲੀ, ਉਹ ਅਕਾਲ ਪੁਰਖ ਨੂੰ ਜਿਹੜਾ ਮਿਲਦਾ ਹੈ, ਜਿਹੜਾ ਬੜੇ ਚੋਜਕ ਕੌਤਕ ਤਮਾਸ਼ੇ ਕਰਨ ਵਾਲਾ ਹੈ ਅਸਲ ਦੇ ਵਿੱਚ। ਇਸ ਕਰਕੇ ਬਾਬਾ ਕਬੀਰ ਜੀ ਨੇ ਕਿਹਾ ਸੀ, ਕਬੀਰ ਰਾਮ ਕਹਿਣ ਮੈਂ ਭੇਤ ਹੈ, ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹਿ ਸੋਈ ਕੌਤਕ ਹਾਰ। ਉਹ ਰੱਬ ਜਦੋਂ ਕੌਤਕ ਕਰਦਾ ਨਾ, ਬੰਦਾ ਉਹ ਪ੍ਰਾਪਤੀਆਂ ਕਰਦਾ। ਵੇਖੋ ਸ਼ਹਾਦਤ ਦੇ ਜਾਮ ਪੀਂਦਿਆਂ ਹੋਇਆ ਨਾ, ਅਸਲ ਦੇ ਵਿੱਚ ਉਹ ਸੱਚ ਤੋਂ ਨਹੀਂ ਥੜਕੇ ਵੱਡੇ ਵੱਡੇ ਯੋਧੇ। ਸਾਡੇ ਭਾਈ ਮਤੀ ਦਾਸ ਦਾ ਜੀਵਨ, ਭਾਈ ਸਤੀ ਦਾਸ ਦਾ ਜੀਵਨ, ਭਾਈ ਦਿਆਲਾ ਜੀ, 4 ਸਾਹਿਬਜ਼ਾਦਿਆਂ ਦੇ ਦਿਨ ਚੱਲਦੇ ਪਏ ਨੇ। ਉਹਨਾਂ ਦੇ ਜੀਵਨ ਦੇ ਵਿੱਚ ਵਾਕਿਆ ਹੀ ਦੁਨੀਆ ਦੇ ਲੋਕਾਂ ਨੇ ਹੈਰਾਨ ਕਰ ਦੇਣ ਵਾਲੇ ਕੌਤਕ ਵੇਖੇ ਨੇ। ਇਸ ਕਰਕੇ ਇੱਕ ਵਾਰੀ ਸਵਾਮੀ ਰਾਮ ਤੀਰਥ ਜੀ ਆਪਣੇ ਬਰਾਮਦੇ 'ਚ ਬੈਠੇ ਸਨ ਤੇ ਗੁਰੂ ਸਾਹਿਬ ਜੀ ਦਾ ਇਤਿਹਾਸ ਪੜ੍ਹਦਿਆਂ ਉਹਨਾਂ ਦੀਆਂ ਅੱਖਾਂ ਹੰਝੂ ਵਗ ਰਹੇ ਸਨ। ਤਾਂ ਉਹਨਾਂ ਦੇ ਚੇਲਿਆਂ ਨੇ ਪੁੱਛਿਆ ਕਾਰਨ ਕੀ? ਕਹਿਣ ਲੱਗਾ ਮੈਨੂੰ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਆ ਗਈ ਸੀ। ਕਹਿਣ ਲੱਗੇ ਹਿੰਦੁਸਤਾਨ ਦੇ ਵਿੱਚੋਂ ਮਟੀਰੀਅਲ ਕਿਹੋ ਜਿਹਾ ਲਿਆ ਵੀ ਹਮ ਤੋਂ ਤੋਲਣ ਜਾਣੇ ਤਕੜੀ ਨੰਗੀ ਕਰਦ ਕभी ਨਹੀਂ ਪਕੜੀ, ਵੀ ਲੋਕ ਡਰਦੇ ਸਨ ਹਮਲਾਵਰਾਂ ਮੁਗਲਾਂ ਤੋਂ। ਤੇ 7 ਤੇ 9 ਸਾਲ ਦੇ ਬੱਚਿਆਂ ਨੇ ਹਕੂਮਤ ਦੇ ਸਾਹਮਣੇ ਅਸਲ ਦੇ ਵਿੱਚ ਉਹਨਾਂ ਦੀ ਮਾਨਸਿਕ ਹਾਰ ਸੀ ਉਹਨਾਂ ਨੂੰ ਸ਼ਹੀਦ ਕਰਨਾ, ਜਿਹੜੀ ਸੂਬੇ ਸਰਹੰਦ ਦੀ। ਅਸਲ ਦੇ ਵਿੱਚ ਉਹਨਾਂ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਵੀ ਇਹੋ ਜਿਹਾ ਜਿਹੜਾ ਉਹਨਾਂ ਨੇ ਇਤਿਹਾਸ ਸਿਰਜਿਆ। ਇਹ ਹੈ ਅਸਲ ਦੇ ਵਿੱਚ ਕੌਤਕ ਵਾਪਰਨਾ ਜਦੋਂ ਸੱਚ ਦੇ ਉੱਤੇ ਕੋਈ ਸਟੈਂਡ ਲੈਂਦਾ। ਜਦੋਂ ਇਸ ਕਰਕੇ ਗੁਰੂ ਸਾਹਿਬ ਜੀ ਅੱਜ ਦੇ ਸ਼ਬਦ ਦੇ ਅੰਦਰ ਜ਼ਿਕਰ ਕਰ ਰਹੇ ਨੇ, ਹਰ ਹਰ ਜਪਨ ਜਪ ਲੋਚ ਲੁਚਾਨੀ। ਰੱਬ ਨੂੰ ਜਪਦਿਆਂ ਜਪਦਿਆਂ ਮੇਰੇ ਅੰਦਰ ਲੋਚਾ ਹੋਈ ਪੈਦਾ। ਉਹ ਕਿਹੜੀ ਹੈ? ਲਾਖ ਜਿਹਬਾ ਦੇਹੋ ਮੇਰੇ ਪਿਆਰੇ, ਮੁਖ ਹਰ ਅਰਾਧੇ ਮੇਰਾ ਰਾਮ। ਇੱਕ ਜ਼ੁਬਾਨ ਨੂੰ ਸਹੀ ਵਰਤਦਿਆਂ ਤੁਹਾਨੂੰ ਆਨੰਦ ਇੰਨਾ ਆ ਜਾਂਦਾ, ਫਿਰ ਬੰਦਾ ਕਹਿੰਦਾ ਮੇਰੇ ਕੋਲ ਲੱਖਾਂ ਵੀ ਜੀਭਾਂ ਹੋਣ ਨਾ, ਇਹ ਜਿਹੜੀ ਸੱਚ ਦੀ ਵਿਚਾਰਧਾਰਾ ਮੈਂ ਇਹਨੂੰ ਬੁਲੰਦ ਕਰਦਾ ਰਹਾਂ। ਅਸਲ ਦੇ ਵਿੱਚ ਲੱਖਾਂ ਲੋਕਾਂ ਤੱਕ ਗੁਰੂ ਨਾਨਕ ਸਾਹਿਬ ਨੇ ਆਪਣੇ ਵਰਗੇ ਜਿੱਥੇ ਜਿੱਥੇ ਗਏ ਬਹੁਤ ਲੋਕਾਂ ਨੂੰ ਉਹ ਆਵਾਜ਼ ਦਿੱਤੀ ਆਪਣੀ, ਵੀ ਇਸ ਆਵਾਜ਼ ਦੇ ਨਾਲ ਰੱਬ ਦੀ ਭਗਤੀ ਕੀਤੀ ਜਾਏ। ਤੇ ਹਜ਼ੂਰ ਕਹਿੰਦੇ ਨੇ ਜਪ ਲੋਚ ਲੁਚਾਨੀ ਹਰ ਕਿਰਪਾ ਕਰ ਬਨਵਾਲੀ। ਹੇ ਅਕਾਲ ਪੁਰਖ ਵਾਹਿਗੁਰੂ ਮੇਰੇ ਤੇ ਇਹ ਕਿਰਪਾ ਕਰ ਵੀ ਮੈਨੂੰ ਆਪਣੀ ਭਗਤੀ ਦੇ ਵਿੱਚ ਜੋੜ। ਜਾਂ ਨਾਨਕ ਸੰਗਤ ਸਾਧ ਹਰ ਮੇਲੋ, ਮੈਨੂੰ ਸਾਧ ਜਨਾਂ ਦੀ ਸੰਗਤ, ਹਮ ਸਾਧ ਜਨਾਂ ਪਗਰਾਲੀ, ਤਾਂ ਕਿ ਮੈਂ ਉਹਨਾਂ ਦੇ ਪੈਰਾਂ ਦੀ ਧੂੜ ਬਣ ਕੇ ਆਪਣੀ ਜ਼ਿੰਦਗੀ ਨੂੰ ਸਫਲ ਕਰ ਸਕਾਂ। ਅੱਜ ਦੇ ਸ਼ਬਦ ਦੇ ਅੰਦਰ ਗੁਰੂ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਕੀਤੀ ਹੈ ਔਰ ਪਿਆਰ ਦੇ ਨਾਲ ਗੁਰਸਿੱਖੋ ਮਿੱਤਰੋ ਗੁਰੂ ਦੀ ਚਾਲ ਚੱਲੋ। ਇਹ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਹੈ। ਹਜ਼ੂਰ ਕਿਰਪਾ ਕਰਨ ਇਹ ਅਮੋਲਕ ਵਿਚਾਰ ਜੋ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਨੇ ਸਾਡੇ ਮਨ ਦੇ ਵਿੱਚ ਵਸ ਜਾਣ। ਗਲਤੀਆਂ ਭੁੱਲਾਂ ਦੀ ਖਿਮਾ ਕਰਦੇ ਹੋਏ ਫਤਿਹ ਦੀ ਸਾਂਝ ਕਰੋ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।